श्री वाहिगुरु जी। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराहें तेहा हूँ करी बख्यान। ज्यों बुलावें त्यों बोला स्वामी, कुदरत कबन हमारी। साध संग नानक जस गायो, जो प्रभ की अत प्यारी। सतनाम धन वाहिगुरु साहिब जी। बिलावल इन माया जगदीश गुसाई, तुमरे चरण विसारे। इन माया जगदीश गुसाई, तुमरे चरण विसारे। किंचत प्रीत न उपजै जन को, जन कहा करहें बेचारे। रहाउ त्रग तन त्रग धन त्रग ए माया, त्रग त्रग मत बुध फनी। इस माया को दृढ़ कर राखो, बांधे आप बचनी। क्या खेती क्या लेवा देई, पर पंच झूठ गुमाना। कह कबीर ते अंत बिगोते, आया काल निदाना। क्या खेती क्या लेवा देई, पर पंच झूठ गुमाना। कह कबीर ते अंत बिगोते, आया काल निदाना। वाहिगुरु जी का खालसा, वाहिगुरु जी की फतेह। जागत जोत शब्द गुरु बाणी के बोहित धन धन श्री गुरु ग्रंथ साहब महाराज जी की पावन पवित्र पाक हजूरी च सवाईमान होए बैठे सतसंगी जनों, सतगुरां ने अपार कृपा की। इत्थे आप जियां ने संगतां पासों रबी बाणी का कीर्तन बड़े प्रेम नाल सरवण किया है। आओ जो लड़ीवार विचार इस स्थान पर चल रही है, विचार अधीन बिलावल राग दे विच
ਭਗਤਾਂ ਦੀ ਬਾਣੀ ਦਾ 9ਵਾਂ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਪਾਵਨ ਅੰਕ 857 ਦੇ ਉੱਤੇ ਦਰਜ ਹੈ। ਆਓ ਇਸ ਸ਼ਬਦ ਦੇ ਰਾਹੀਂ ਜੋ ਉਪਦੇਸ਼ ਭਗਤ ਕਬੀਰ ਸਾਹਿਬ ਜੀ ਕਰ ਰਹੇ ਹਨ, ਇਸ ਉਪਦੇਸ਼ ਨੂੰ ਆਪਾਂ ਨੇ ਵਿਚਾਰਨਾ ਹੈ। ਮਨੋਵਿਰਤੀਆਂ ਇਕਾਗਰ ਕਰੋ ਜੀ। ਸਾਰੀਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਬੇਨਤੀ, ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ। ਮਨੋਵਿਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖ ਨੇ ਇਸ ਸੰਸਾਰ ਦੇ ਵਿੱਚ ਜਨਮ ਲਿਆ। ਜਨਮ ਲੈ ਕੇ ਦੋ ਚੀਜ਼ਾਂ ਮਨੁੱਖ ਦੇ ਨਾਲ ਨੇ। ਇੱਕ ਹੈ ਪਰਮਾਤਮਾ ਔਰ ਇੱਕ ਹੈ ਪਰਮਾਤਮਾ ਦਾ ਪਰਛਾਵਾਂ ਭਾਵ ਮਾਇਆ। ਇਸ ਨੂੰ ਗੁਰਦੇਵ ਪਿਤਾ ਕਹਿੰਦੇ ਨੇ ਮਹਾ ਮਾਇਆ ਤਾਕੀ ਹੈ ਛਾਇਆ। ਪਰਮੇਸ਼ਰ ਨੇ ਜਿੱਥੇ ਆਪਣੇ ਆਪ ਨੂੰ ਬਣਾਇਆ, ਉੱਥੇ ਆਪਣੀ ਮਾਇਆ ਨੂੰ ਵੀ ਸਾਜਿਆ ਹੈ। ਜਿਸ ਨੂੰ ਕਿ ਗੁਰਦੇਵ ਪਿਤਾ ਨੇ ਕਿਹਾ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜ ਕੇ ਕਰ ਆਸਨ ਡਿਠੋ ਚਾਓ। ਸੰਸਾਰ ਦੇ ਵਿੱਚ ਤਕਰੀਬਨ ਜਿਹੜੀ ਇਹ ਕੁਦਰਤ ਵਿੱਚ ਮਾਨਵਤਾ ਦੀ ਗਿਣਤੀ ਹੈ, 99% ਲੋਕ ਜਿਹੜੇ ਨੇ ਉਹ ਮਾਇਆ ਦੇ ਪ੍ਰਭਾਵ ਤੋਂ ਪ੍ਰਭਾਵਿਤ ਹਨ ਔਰ 1% ਨੇ ਜਿਹੜੇ ਕਿ ਪਰਮੇਸ਼ਰ ਤੋਂ ਪ੍ਰਭਾਵਿਤ ਹਨ। ਮਾਇਆ ਦਾ ਪ੍ਰਭਾਵ ਮਨੁੱਖ ਨੂੰ ਆਪਣੇ ਗਲਾਵੇ ਵਿੱਚ ਲੈਂਦਾ ਹੈ। ਪਰਮਾਤਮਾ ਦਾ ਪ੍ਰਭਾਵ ਜਿਨ੍ਹਾਂ 'ਤੇ ਪੈਂਦਾ ਹੈ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ ਹਨ। ਔਰ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਜਦੋਂ ਮਾਇਆ ਬਾਰੇ ਵਿਚਾਰ ਕੀਤੀ ਤੇ ਬੜੀ ਸਮਝਣ ਵਾਲੀਆਂ ਗੱਲਾਂ ਹਨ। ਮਾਰਕ ਨੇ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ। ਮਾਇਆ ਕਿਹਨੂੰ ਕਹਿੰਦੇ ਨੇ? ਮਾਇਆ ਕੀ ਕੰਮ ਕਰਦੀ ਹੈ? ਮਾਰਕ ਨੇ ਦੁੱਖ ਸੁੱਖ ਜੀਓ ਵੱਧ ਹੈ, ਹਉਮੈ ਕਰਮ ਕਮਾਏ। ਮਾਇਆ ਜਿਹੜੀ ਹੈ ਉਹ ਦੁੱਖ ਅਤੇ ਸੁੱਖ ਦੇ ਵਿੱਚ ਇਸ ਜਿੰਦ ਨੂੰ ਬੰਨ੍ਹ ਕੇ ਰੱਖਦੀ ਹੈ। ਦੁੱਖ ਦੀ ਨਿਵਰਤੀ, ਸੁੱਖਾਂ ਦੀ ਲਾਲਸਾ ਵਿੱਚ ਮਨੁੱਖ ਨੂੰ ਆਖਰਲੇ ਦਮ ਤੱਕ ਇਹ ਮਾਇਆ ਬੰਨ੍ਹ ਕੇ ਰੱਖਦੀ ਹੈ। ਆਖਰਲੇ ਦਮ ਤੱਕ। ਤੇ ਮਨੁੱਖ ਨੂੰ ਇਹ ਮਾਇਆ ਪ੍ਰੇਰਿਤ ਕਰਦੀ ਹੈ ਕਿ ਮਨੁੱਖ ਹਉਮੈ ਦਾ ਵਜਿਆ ਹੋਇਆ ਹੀ ਜ਼ਿੰਦਗੀ ਵਿੱਚ ਸੰਸਾਰ ਵਿੱਚ ਆ ਕੇ ਕਰਮ ਕਰਦਾ ਹੈ। ਮੈਂ ਕਰ ਰਿਹਾ। ਮਾਇਆ ਜਿਹੜੀ ਹੈ ਉਹ ਦੋ ਰੂਪਾਂ ਦਾ ਪ੍ਰਗਟਾਵਾ ਹੈ। ਇੱਕ ਹੈ ਦੁੱਖ ਦੀ ਨਿਵਰਤੀ ਤੇ ਸੁੱਖ ਦੀ ਲਾਲਸਾ। ਬਸ ਮਨੁੱਖ ਨੂੰ ਪੂਰੀ ਜ਼ਿੰਦਗੀ ਇਸ ਦੋ ਚੀਜ਼ਾਂ ਵਿੱਚ ਹੀ ਇਹ ਮਾਇਆ ਫਸਾ ਕੇ ਰੱਖਦੀ ਹੈ। ਔਰ ਅਗਲੀ ਗੱਲ ਹੈ ਕਿ ਮਨੁੱਖ ਨੂੰ ਇਹ ਮਾਇਆ ਹਉਮੈ ਦੇ ਵਿੱਚ ਕਰਮ ਕਰਨ ਦੀ ਪ੍ਰੇਰਨਾ ਕਰਦੀ ਹੈ। ਔਰ ਫਿਰ ਮਹਾਰਾਜ ਅੱਗੇ ਇਸ ਮਾਇਆ ਦੀ ਵਿਆਖਿਆ ਕਰਦੇ ਸਮਝਾਉਂਦੇ ਨੇ ਸਾਨੂੰ ਕਿ ਇਹ ਮਾਇਆ
ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਸਭ ਕੁਛ ਹੀ ਮਾਇਆ ਹੈ। ਜਿਸ ਦੇ ਪ੍ਰਤੀ ਪਿਆਰ ਦਾ ਜਨਮ ਹੁੰਦਾ ਹੈ, ਮੋਹ ਉਪਜਦਾ ਹੈ, ਔਰ ਰੱਬ ਨੂੰ ਛੱਡ ਕੇ ਇਹਨਾਂ ਪਦਾਰਥਾਂ ਨਾਲ ਦੂਜੇ ਨਾਲ ਪਿਆਰ ਪੈ ਜਾਂਦਾ ਹੈ। ਇਹ ਸਭ ਕੁਛ ਹੀ ਮਾਇਆ ਹੈ। ਜਦੋਂ ਸਾਨੂੰ ਇਹ ਗੱਲ ਸਮਝ ਆ ਗਈ ਕਿ ਸੰਸਾਰ ਦੀ ਹਰ ਇੱਕ ਸ਼ੈ ਮਾਇਆ ਦਾ ਰੂਪ ਹੈ, ਮਾਇਆ ਦਾ ਸਰੂਪ ਹੈ, ਜਿਸ ਦੇ ਨਾਲ ਮੋਹ ਉਪਜਦਾ ਹੈ, ਪਿਆਰ ਪੈਦਾ ਹੁੰਦਾ ਹੈ, ਤੇ ਰੱਬ ਨੂੰ ਛੱਡ ਕੇ ਦੂਜੇ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਭਾਵੇਂ ਧਨ ਨੇ, ਧਨ ਦੇ ਨਾਲ ਜੁੜੀਆਂ ਚੀਜ਼ਾਂ ਨੇ, ਭਾਵੇਂ ਸਰੀਰਕ ਰਿਸ਼ਤੇ ਨਾਤੇ ਨੇ ਸਾਡੇ, ਇਹ ਸਭ ਮਾਇਆ ਦੇ ਰੂਪ ਹਨ ਜਿਤਨੇ ਵੀ ਅਸੀਂ ਦੇਖ ਰਹੇ ਹਾਂ। ਜਦੋਂ ਸਾਨੂੰ ਇਹ ਗੱਲ ਸਮਝ ਆ ਗਈ ਕਿ ਰੱਬ ਤੋਂ ਛੱਡ ਕੇ ਰੱਬ ਦੀ ਬਣਾਈ ਹੋਈ ਕੁਦਰਤ ਵਿੱਚ ਜਿਹੜੀ ਸ਼ੈ ਵੀ ਸਾਨੂੰ ਆਪਣੇ ਗਲੇਵੇ ਵਿੱਚ ਲੈ ਰਹੀ ਹੈ, ਰੱਬ ਨਾਲੋਂ ਵਿਛੋੜ ਰਹੀ ਹੈ, ਉਹ ਸਭ ਕੁਛ ਮਾਇਆ। ਹੁਣ ਸਮਝ ਆਏਗੀ ਜਿਹਨੂੰ ਭਗਤ ਜੀ ਕਰਨ ਨੇ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਮਾਇਆ ਸਮਝ ਆ ਗਈ ਕਿ ਮਾਇਆ ਹਰ ਇੱਕ ਚੀਜ਼ ਉਹ ਹੈ ਜਿਹੜੀ ਰੱਬ ਨਾਲੋਂ ਸਾਨੂੰ ਤੋੜਦੀ ਹੈ, ਆਪਣੇ ਨਾਲ ਜੋੜਦੀ ਹੈ। ਹੁਣ ਤੁਸੀਂ ਕਹੋਗੇ ਵੀ ਬੰਦਾ ਜੁੜਦਾ ਕਿਉਂ, ਜਦੋਂ ਬੰਦੇ ਨੂੰ ਪਤਾ ਹੈ ਵੀ ਸਾਰਾ ਕੁਝ ਇਹ ਮਾਇਆ ਹੀ ਹੈ, ਤੇ ਬੰਦਾ ਜੁੜਦਾ ਕਿਉਂ ਹੈ? ਅਸਲ ਵਿੱਚ ਮਾਇਆ ਜਿਹੜੀ ਜਦੋਂ ਸੁੱਖਾਂ ਦੀ ਲਾਲਸਾ ਪੈਦਾ ਕਰਦੀ ਹੈ, ਦੁੱਖਾਂ ਦੀ ਨਿਵਰਤੀ ਵਾਸਤੇ ਮਨੁੱਖ ਨੂੰ ਪ੍ਰੇਰਿਤ ਕਰਦੀ ਹੈ ਨਾ, ਤੇ ਇਸ ਦੇ ਜੀਵਨ ਵਿੱਚੋਂ ਤ੍ਰਿਸ਼ਨਾ ਦਾ ਜਨਮ ਹੁੰਦਾ ਹੈ। ਔਰ ਉਸ ਤ੍ਰਿਸ਼ਨਾ ਦਾ ਪ੍ਰਭਾਵ ਮਨੁੱਖ ਦੇ ਉੱਤੇ ਜਦੋਂ ਪੈਂਦਾ ਹੈ, ਤੇ ਤ੍ਰਿਸ਼ਨਾ ਦੇ ਅਧੀਨ ਮਨੁੱਖ ਸੰਸਾਰ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਸੁੱਖ ਲੱਭਣ ਦਾ ਯਤਨ ਕਰਦਾ ਹੈ, ਕਿਉਂਕਿ ਜਦੋਂ ਤੱਕ ਕੋਈ ਚੀਜ਼ ਨਹੀਂ ਹੁੰਦੀ ਉਹ ਲੱਗਦੀ ਵੀ ਇਸ ਦੇ ਵਿੱਚ ਸੁੱਖ ਹੈ। ਜਿਵੇਂ ਕਿ ਛੋਟੀ ਜਿਹੀ ਉਦਾਹਰਨ ਦੇਵਾਂ, ਇੱਕ ਹਿਰਨ ਹੈ, ਉਹ ਜਦੋਂ ਪਿਆਸ ਲਈ ਦੌੜਦਾ ਹੈ ਤੇ ਸਾਹਮਣੇ ਰੇਤ ਦਾ ਟਿੱਲਾ ਹੁੰਦਾ ਹੈ, ਦੂਰੋਂ ਵੇਖਦਾ ਹੈ, ਉਸ ਨੂੰ ਪਾਣੀ ਨਜ਼ਰ ਆਉਂਦਾ ਹੈ। ਜਦੋਂ ਉਸ ਟਿੱਲੇ ਤੱਕ ਚਲਾ ਜਾਂਦਾ ਹੈ, ਉੱਥੇ ਜਾ ਕੇ ਵੇਖਦਾ ਇਹ ਤੇ ਰੇਤ ਹੈ। ਉਸ ਦੇ ਅੰਦਰ ਪਿਆਸ ਦੀ ਤੜਫ ਹੈ, ਉਹ ਪਿਆਸਾ ਹੈ, ਔਰ ਪਿਆਸ ਜਿਹੜੀ ਉਹਦੇ ਅੰਦਰ ਇੱਕ ਲਾਲਸਾ ਵਧਾਈ ਜਾ ਰਹੀ ਵੀ ਅੱਗੇ ਪਾਣੀ ਹੈ। ਉਹ ਫਿਰ ਦੌੜਦਾ, ਉਸ ਨੂੰ ਪਤਾ ਚੱਲ ਗਿਆ ਵੀ ਇੱਥੇ ਆਇਆ ਸਾਂ, ਇਹ ਸੂਰਜ ਦੀਆਂ ਤੇਜ਼ ਕਿਰਨਾਂ ਕਰਕੇ ਮੈਨੂੰ ਲੱਗ ਰਿਹਾ ਸੀ ਪਾਣੀ ਹੈ, ਪਰ ਇਹ ਰੇਤ ਨਿਕਲਿਆ। ਨਿਰਾਸ਼ ਹੋ ਗਿਆ ਉੱਥੇ। ਫਿਰ ਅੱਗੇ ਦੌੜਦਾ, ਸਾਹਮਣੇ ਫਿਰ ਰੇਤ ਦਾ ਟਿੱਲਾ ਹੈ, ਫਿਰ ਦੌੜਦਾ, ਉੱਥੇ ਪਹੁੰਚਦਾ ਹੈ, ਉਹਦਾ ਭੁਲੇਖਾ ਸੀ ਵੀ ਉਹ ਪਾਣੀ ਹੈ, ਤੇ ਉੱਥੇ ਪਹੁੰਚਦਾ, ਫਿਰ ਦੇਖਦਾ ਤੇ ਰੇਤ ਹੀ ਹੈ। ਫਿਰ ਦੁਖੀ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਮਨੁੱਖ ਜਿਹੜੀ ਚੀਜ਼ ਮਨੁੱਖ ਕੋਲ ਨਹੀਂ ਹੈ, ਸੰਸਾਰ ਦੀ, ਸੋਚਦਾ ਹੈ ਉਹ ਚੀਜ਼ ਮਿਲ ਜਾਏ ਤੇ ਮੈਂ ਸੁਖੀ ਹੋ ਜਾਵਾਂ। ਇਹ ਉਸ ਨੂੰ ਪ੍ਰਾਪਤ ਕਰਨ ਵਾਸਤੇ ਦੌੜਦਾ, ਉਹ ਚੀਜ਼ ਜਦੋਂ ਮਿਲ ਜਾਂਦੀ ਹੈ ਸੁਖੀ ਨਹੀਂ ਹੈ। ਮੈਂ ਤਾਂ ਸਮਝਿਆ ਸੀ ਵੀ ਸ਼ਾਇਦ ਇਹ ਚੀਜ਼ ਮੈਨੂੰ ਪ੍ਰਾਪਤ ਹੋ ਜਾਏਗੀ ਤੇ ਮੈਂ ਸੁਖੀ ਹੋ ਜਾਵਾਂਗਾ। ਔਰ ਸਾਡੀ ਸਾਰਿਆਂ ਦੀ ਲਾਲਸਾ ਇੱਦਾਂ ਦੀ ਹੀ ਹੈ, ਤਕਰੀਬਨ ਸਾਰੇ। ਜਿਹੜੀ ਚੀਜ਼ ਸਾਡੇ ਕੋਲ ਹੈ ਉਹ ਸਾਨੂੰ ਦੁਖੀ ਕਰ ਰਹੀ ਵੀ ਘੱਟ ਹੈ, ਜਾਂ ਉਹ ਜਦੋਂ ਪ੍ਰਾਪਤ ਹੋ ਜਾਂਦੀ ਫਿਰ ਉਸ ਇੱਕ ਨਿਵਰਤੀ ਹੋ ਜਾਂਦੀ ਹੈ ਵੀ ਇਸ ਦੇ ਵਿੱਚ ਸੁੱਖ ਨਹੀਂ ਹੈ। ਜਿਹੜੀ ਚੀਜ਼ ਸਾਡੇ ਕੋਲ ਨਹੀਂ ਸੀ, ਜਿਵੇਂ ਹਿਰਨ ਪਾਣੀ ਦੇ ਸਮਝ ਕੇ ਰੇਤ ਕੋਲ ਗਿਆ, ਨਿਵਰਤੀ ਹੋ ਗਈ, ਇਹ ਤੇ ਪਾਣੀ ਨਹੀਂ ਰੇਤ ਹੈ, ਉਹਨੂੰ ਸਮਝ ਆ ਗਈ ਰੇਤ ਹੈ, ਪਰ ਅੱਗੇ ਲਾਲਸਾ ਜਾਗੀ, ਫਿਰ ਅੱਗੇ ਦੌੜਿਆ, ਫਿਰ ਉਹੀ ਦੇਖਦਾ। ਇਸ ਤਰ੍ਹਾਂ ਹੀ ਮਨੁੱਖੀ ਮਨ ਹੈ ਸੰਸਾਰ ਦੇ ਵਿੱਚ ਆ ਕੇ, ਜਿਹੜੀ ਚੀਜ਼ ਇਸ ਕੋਲ ਨਹੀਂ ਹੈ ਦੂਜੇ ਕੋਲ ਹੈ, ਤੇ ਦੂਰੋਂ ਇਹਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਉਸ ਚੀਜ਼ ਦੀ ਪ੍ਰਾਪਤੀ ਮੇਰੇ ਵਾਸਤੇ ਸੁੱਖ ਦੀ ਪ੍ਰਾਪਤੀ ਹੈ। ਔਰ ਪੰਜਾਬੀ ਦਾ ਇੱਕ ਮੁਹਾਵਰਾ ਵੀ ਹੈ ਕਿ ਦੂਰ ਦੇ ਫੁੱਲ ਜਿਹੜੇ ਨੇ ਨਾ ਉਹ ਸੁਹਾਵਣੇ, ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ। ਜਦ ਤੱਕ ਚੀਜ਼ ਪ੍ਰਾਪਤ ਨਹੀਂ ਹੋਈ ਤੇ ਬੰਦਾ ਸੋਚਦਾ ਵੀ ਸ਼ਾਇਦ ਉਸ ਦੇ ਵਿੱਚ ਸੁੱਖ ਹੋਏ,
ਪਰ ਜਿਵੇਂ ਜਿਵੇਂ ਅਸੀਂ ਸੰਸਾਰ ਦੀ ਇਸ ਮਾਇਆ ਨੂੰ ਪ੍ਰਾਪਤ ਕਰਦੇ ਰਹਾਂਗੇ, ਪਦਾਰਥ ਮਿਲਦੇ ਰਹਿਣਗੇ, ਇਹ ਸਾਡੇ ਭੁਲੇਖੇ ਆਪਣੇ ਆਪ ਦੂਰ ਹੋ ਜਾਂਦੇ ਹਨ ਕਿ ਅਸੀਂ ਸਮਝਿਆ ਸੀ ਇਸ ਦੇ ਵਿੱਚ ਸੁੱਖ ਹੈ, ਪਰ ਸੁੱਖ ਤੇ ਹੈ ਨਹੀਂ ਹੈ। ਦੁੱਖ ਤਾਂ ਉੱਥੇ ਦਾ ਉੱਥੇ ਹੀ ਖਲੋਤਾ ਹੋਇਆ। ਅਸੀਂ ਤਾਂ ਉਤਨੇ ਹੀ ਦੁਖੀ ਹਾਂ ਜਿਤਨੇ ਪਹਿਲਾਂ ਦੁਖੀ ਸੀ। ਇਸ ਕਰਕੇ ਸੰਸਾਰ ਦੇ ਵਿੱਚ ਜਿਤਨੀ ਮਾਇਆ ਦਾ ਸਰੂਪ ਹੈ, ਇਹ ਅਸਲ ਵਿੱਚ ਦੁੱਖ ਦਾ ਹੀ ਦੂਜਾ ਰੂਪ ਹੈ। ਕਿਉਂਕਿ ਜਦੋਂ ਅਸੀਂ ਸੋਚਦੇ ਹਾਂ ਵੀ ਸ਼ਾਇਦ ਇਹ ਚੀਜ਼ ਮਿਲ ਜਾਏ ਤੇ ਸੁੱਖ ਮਿਲ ਜਾਵੇਗਾ, ਫਿਰ ਵੀ ਬੰਦੇ ਨੂੰ ਅੰਦਰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੱਖ ਮਿਲਣ ਦਾ ਇੱਕੋ ਹੀ ਤਰੀਕਾ ਹੈ, ਰੱਬ ਨਾਲ ਜੁੜ ਜਾਈਏ, ਕਿਉਂਕਿ ਰੱਬ ਆਨੰਦ ਸਰੂਪ ਹੈ, ਸੁੱਖ ਸਰੂਪ ਹੈ। ਉਸਦੇ ਨਾਲ ਜਿਹੜਾ ਜੁੜੇਗਾ ਉਹਨੂੰ ਸੁੱਖ ਮਿਲੇਗਾ। ਜਿਹੜਾ ਮਾਇਆ ਨਾਲ ਜੁੜੇਗਾ, ਜਿਤਨੀ ਮਾਇਆ ਇਕੱਠੀ ਕਰਦਾ ਰਹੇਗਾ, ਉਸਦੇ ਵਿੱਚੋਂ ਦੁੱਖ ਉਸਦੇ ਜੀਵਨ 'ਚੋਂ ਸਮਾਪਤ ਨਹੀਂ ਹੋਣੇ। ਅਲੱਗ ਕਿਸਮ ਦੇ ਦੁੱਖ ਉਸਦੇ ਜੀਵਨ ਵਿੱਚੋਂ ਅੱਗੇ ਖੜੇ ਹੋ ਜਾਂਦੇ ਹਨ ਵੀ ਮੈਂ ਅਜੇ ਵੀ ਦੁਖੀ ਹਾਂ। ਔਰ ਇਸ ਮਾਇਆ ਨੇ, ਇਸ ਲਾਲਸਾ ਨੇ ਕੀ ਕੀਤਾ ਕਿ ਜਦੋਂ ਅਸੀਂ ਹਿਰਨ ਦੇ ਵਾਂਗ ਦੌੜਨੇ ਸ਼ੁਰੂ ਹੋਏ ਵੀ ਸ਼ਾਇਦ ਇਹ ਪਦਾਰਥ ਮਿਲ ਜਾਏ, ਇਹ ਨੌਕਰੀ ਮਿਲ ਜਾਏ, ਇਹ ਪੜ੍ਹਾਈ ਕਰ ਲਵਾਂ, ਇਹ ਡਿਗਰੀ ਹੋ ਜਾਏ। ਇੱਦਾਂ ਹੀ ਹੈ ਨਾ ਸਾਡੇ ਜੀਵਨ 'ਚ ਵੀ ਸ਼ਾਇਦ ਇਹ ਡਿਗਰੀ ਹਾਸਲ ਹੋ ਜਾਏਗੀ, ਅਸੀਂ ਸੁਖੀ ਹੋ ਜਾਵਾਂਗੇ। ਇਹ ਨੌਕਰੀ ਮਿਲ ਜਾਏਗੀ ਤੇ ਅਸੀਂ ਸੁਖੀ ਹੋ ਜਾਵਾਂਗੇ। ਇਹ ਪੈਕੇਜ ਸਾਡੇ ਕੋਲ ਹੋਏਗਾ 50 ਲੱਖ ਦਾ ਸਾਲ ਦਾ ਤੇ ਅਸੀਂ ਸੁਖੀ ਹੋਵਾਂਗੇ। ਹਰ ਇੱਕ ਬੰਦੇ ਨੇ ਆਪਣੀ ਆਪਣੀ ਇੱਕ ਧਾਰਨਾ ਬਣਾ ਲਈ ਹੈ ਔਰ ਮਨੁੱਖ ਦੌੜ ਰਿਹਾ। ਇਸ ਦੌੜ ਨੇ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਜੀਵਨ 'ਚੋਂ ਵਿਸਾਰ ਦਿੱਤਾ ਹੈ, ਕਿਉਂਕਿ ਉਹਦੀ ਯਾਦ ਭੁੱਲ ਗਈ ਹੈ ਸਾਨੂੰ। ਸੁੱਖ ਦਾ ਸੋਮਾ ਰੱਬ ਹੈ, ਉਸਦਾ ਨਾਮ ਹੈ। ਇਹ ਮਾਇਆ ਸਾਰੀ ਦੁੱਖ ਹੈ। ਮਾਇਆ ਸਹੂਲਤ ਤਾਂ ਹੋ ਸਕਦੀ ਹੈ, ਪਰ ਕੋਈ ਸੁੱਖ ਸਮਝ ਬੈਠੇ ਤੇ ਉਹਦਾ ਭੁਲੇਖਾ ਹੈ। ਤਾਂ ਹੀ ਮਹਾਰਾਜ ਕਹਿੰਦੇ ਨੇ, ਸੁਖ ਨਾਹੀ ਬਹੁਤਾ ਧਨ ਖਾਟੈ, ਸੁਖ ਨਾਹੀ ਪੇਖੇ ਨਤ ਨਾਟੈ, ਸੁਖ ਨਾਹੀ ਬਹੁ ਦੇਸ ਕਮਾਏ। ਸਾਰੀ ਲਿਸਟ ਰੱਖ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਤੈਨੂੰ ਜੇ ਕਿਤੇ ਭੁਲੇਖਾ ਹੋਏ ਤੇ ਇਹ ਵਿਚਾਰ ਕਰਕੇ ਵੇਖ ਲੈ ਚੰਗੀ ਤਰ੍ਹਾਂ ਵੀ ਬਹੁਤਾ ਧਨ ਖੱਟ ਕੇ ਵੀ ਕੋਈ ਸੁਖੀ ਹੋਇਆ। ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਕਰਾਂ। ਕਰੋਨਾ ਕਾਲ ਦੇ ਵਿੱਚ ਜਦੋਂ ਇਟਲੀ ਦਾ ਸਭ ਤੋਂ ਵੱਡਾ ਕਾਰੋਬਾਰੀ, ਜਿਸ ਦੇ 7 ਸਟਾਰ ਹੋਟਲ, 5 ਸਟਾਰ ਹੋਟਲ, ਦੁਨੀਆ 'ਚ ਪਤਾ ਨਹੀਂ ਕਿਤਨੇ ਹੋਟਲ, ਕਿਤਨੀ ਜਾਇਦਾਦ ਦਾ ਮਾਲਕ ਹੈ, ਉਸ ਕਰੋਨਾ ਕਾਲ ਦੇ ਵਿੱਚ ਉਸਦਾ ਬੇਟਾ, ਉਸਦੀ ਨੂੰਹ ਰਾਣੀ, ਉਸਦੀ ਬੇਟੀ, ਉਸਦੀ ਵਾਈਫ, ਉਸਦੇ ਪਿਤਾ, ਉਸਦੀ ਮਾਂ ਸਾਰੇ ਚਲੇ ਗਏ। ਆਪਣੇ ਧਨ ਦੀ ਬਦੌਲਤ ਉਹ ਉਹਨਾਂ ਨੂੰ ਬਚਾ ਨਾ ਸਕਿਆ ਤੇ ਆਪ ਨੇ ਵੀ ਹੋਟਲ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਰ ਉਸਦੇ ਵਾਸਤੇ, ਜੀਣ ਵਾਸਤੇ ਤਾਂ ਬੜਾ ਕੁਛ ਸੀ। ਜੇ ਪਦਾਰਥ ਸੁੱਖ ਹੁੰਦੇ ਤਾਂ ਉਹਦੇ ਸਾਹਮਣੇ ਤਾਂ ਇਤਨਾ ਹੋਟਲ, ਇਤਨੇ ਦੁਨੀਆ ਦੇ ਧਨ ਪਦਾਰਥ ਨੇ। ਜੇ ਇਹ ਧਨ ਹੀ ਸੁੱਖ ਹੁੰਦਾ, ਜੇ ਇਹ ਹੋਟਲ ਹੀ ਸੁੱਖ ਹੁੰਦੇ, ਇਹ ਜਾਇਦਾਦ ਹੀ ਸੁੱਖ ਹੁੰਦਾ, ਤੇ ਉਹ ਕਦੇ ਖੁਦਕੁਸ਼ੀ ਨਾ ਕਰਦਾ। ਇਹਨਾਂ ਵਿੱਚ ਉਹਨੂੰ ਸੁੱਖ ਨਜ਼ਰ ਨਹੀਂ ਆਇਆ। ਅਸੀਂ ਸੁੱਖ ਲੱਭਦੇ ਵੀ ਹੋਟਲ ਹੋਏ ਸਾਡੇ ਕੋਲ, ਇਤਨੀ ਜਾਇਦਾਦ ਹੋਵੇ ਤੇ ਸ਼ਾਇਦ ਸੁਖੀ ਹੋਵਾਂਗੇ। ਪਰ ਉਹ ਬੰਦਾ ਇਤਨਾ ਕੁਝ ਹੋਣ ਤੋਂ ਬਾਵਜੂਦ, ਦੁਨੀਆ ਵਿੱਚ ਹੋਟਲ ਜਿਸ ਦੇ ਬਹੁਤ ਵੱਡਾ ਕਾਰੋਬਾਰੀ, ਜਦੋਂ ਕਰੋਨਾ ਕਾਲ ਦੇ ਵਿੱਚ ਉਹਦਾ ਪਰਿਵਾਰ ਮਰਦਾ ਹੈ ਤੇ ਇਤਨਾ ਬੇਵੱਸ ਹੋ ਜਾਂਦਾ ਹੈ ਆਪਣੀ ਪ੍ਰਾਪਰਟੀ ਦੇ ਅੱਗੇ, ਆਪਣੇ ਕੰਮਾਂ ਦੇ ਅੱਗੇ, ਧਨ ਪਦਾਰਥਾਂ ਦੇ ਅੱਗੇ। ਉਹ ਧਨ ਉਸਨੂੰ ਜੀਵਨ ਦੀ ਲਾਲਸਾ ਨਹੀਂ ਦਿੰਦੇ ਵੀ ਤੂੰ ਜੇ ਹੋਰ ਜੀ ਸਕਦਾ, ਤੇਰੇ ਕੋਲ ਸਾਰਾ ਕੁਛ ਹੈ, ਫਿਰ ਪਰਿਵਾਰ ਟੱਬਰ ਬਣਾ ਲਈ ਧੰਦੇ ਆਸਰੇ ਤੇ। ਪਰ ਉਹਨੂੰ ਗੱਲ ਸਮਝ ਆਈ, ਧਨ ਸੁੱਖ ਨਹੀਂ ਹੈ। ਗੁਰਬਾਣੀ ਕਹਿੰਦੀ ਹੈ, ਸੁੱਖ ਨਾਹੀ ਬਹੁਤਾ ਧਨ ਖਾਟੈ, ਵੀ ਤੈਨੂੰ ਭੁਲੇਖਾ ਹੋਵੇ ਧਨ ਸਹੂਲਤ ਦੇ ਸਕਦਾ ਹੈ। ਔਰ ਧਨ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਕਿ ਬੇੜੀ ਨੂੰ ਤੋਰਨ ਵਾਸਤੇ ਪਾਣੀ ਦੀ ਲੋੜ ਹੈ। ਪਾਣੀ ਘੱਟ ਹੋਏਗਾ, ਬੇੜੀ ਨਹੀਂ ਚਲੇਗੀ। ਫਰਸ਼ ਤੇ ਤੁਸੀਂ ਕਹੋ ਬੇੜੀ ਚਲਾ ਲਈ, ਨਹੀਂ ਤੁਰਨੀ। ਮਰੂਥਲ ਦੇ ਉੱਤੇ ਤੁਸੀਂ ਬੇੜੀ ਚਲਾਉਣ ਦੇ ਜਦੋਂ ਕਹੋ, ਨਹੀਂ ਤੁਰੇਗੀ। ਉਸ ਵਾਸਤੇ ਪਾਣੀ ਚਾਹੀਦਾ। ਜ਼ਿੰਦਗੀ ਨੂੰ ਜੀਣ ਵਾਸਤੇ, ਸਹੂਲਤਾਂ ਦੀ ਪ੍ਰਾਪਤੀ ਵਾਸਤੇ ਧਨ ਚਾਹੀਦਾ, ਕੋਈ ਡਾਊਟ ਨਹੀਂ ਇਸ ਦੇ ਵਿੱਚ। ਔਰ ਸਾਰਿਆਂ ਨੂੰ ਚਾਹੀਦਾ, ਹਰ ਇੱਕ ਪ੍ਰਾਣੀ ਨੂੰ ਚਾਹੀਦਾ।
ਭਾਵੇਂ ਉਹ ਸੰਤ ਹੈ, ਭਾਵੇਂ ਉਹ ਸਾਧ ਹੈ, ਭਾਵੇਂ ਉਹ ਅਵਤਾਰੀ ਪੁਰਖ ਹੈ, ਭਾਵੇਂ ਉਹ ਦੇਵਤਾ ਹੈ, ਭਾਵੇਂ ਉਹ ਦੈਂਤ ਹੈ, ਭਾਵੇਂ ਸੰਸਾਰੀ ਆਮ ਮਨੁੱਖ ਹੈ, ਭਾਵੇਂ ਸਿੱਧ ਹੈ, ਸਾਧਕ ਹੈ, ਜੋਗੀ ਹੈ, ਓਲੀਆ ਹੈ, ਮੌਲਵੀ ਹੈ, ਜਿਹੜਾ ਮਰਜ਼ੀ ਹੈ, ਉਸ ਦੀ ਜ਼ਿੰਦਗੀ ਨੂੰ ਤੋਰਨ ਵਾਸਤੇ ਉਸ ਨੂੰ ਸਹੂਲਤ ਚਾਹੀਦੀ ਹੈ, ਧਨ ਚਾਹੀਦਾ ਹੈ। ਔਰ ਇਸ ਤਰ੍ਹਾਂ ਧਨ ਚਾਹੀਦਾ ਜਿਵੇਂ ਕਿ ਬੇੜੀ ਨੂੰ ਚਲਾਉਣ ਵਾਸਤੇ ਪਾਣੀ ਦੀ ਲੋੜ ਹੈ। ਬਿਨਾਂ ਪਾਣੀ ਤੋਂ ਬੇੜੀ ਨਹੀਂ ਤੁਰਦੀ। ਪਰ ਇਹ ਵੀ ਦਾਸ ਬੇਨਤੀ ਕਰੇ, ਜਦੋਂ ਬੇੜੀਆਂ ਡੁੱਬਦੀਆਂ ਉਹ ਪਾਣੀ ਵਿੱਚ ਹੀ ਡੁੱਬਦੀਆਂ। ਕਦੀ ਖਬਰ ਨਹੀਂ ਆਈ ਵੀ ਮਰੂਥਲ 'ਚ ਕਿਸੇ ਦੀ ਬੇੜੀ ਡੁੱਬ ਗਈ। ਮਨੁੱਖ ਦੀ ਜ਼ਿੰਦਗੀ, ਮਨੁੱਖ ਨੂੰ ਜੋ ਸਹੂਲਤਾਂ ਮਿਲਣਗੀਆਂ ਇਸ ਮਾਇਆ ਵਿੱਚੋਂ ਮਿਲਣਗੀਆਂ, ਧਨ ਵਿੱਚੋਂ ਮਿਲਣਗੀਆਂ। ਪਰ ਜਦੋਂ ਵੀ ਸਾਡੀ ਜ਼ਿੰਦਗੀ ਗਰਕ ਹੋਵੇਗੀ ਇਸ ਧਨ ਵਿੱਚ ਹੀ ਹੋਵੇਗੀ, ਇਸ ਮਾਇਆ ਵਿੱਚ ਹੀ ਹੋਵੇਗੀ। ਇਹ ਪਾਣੀ ਉਨਾ ਚਿਰ ਸੁਖਦਾਇਕ ਜਦੋਂ ਕਿ ਬੇੜੀ ਇਸ ਤੋਂ 2 ਉਂਗਲ ਉੱਤੇ ਚੱਲ ਰਹੀ ਹੈ। ਜਦੋਂ ਇਹ ਪਾਣੀ ਬੇੜੀ ਵਿੱਚ ਆ ਜਾਂਦਾ ਹੈ, ਇਹ ਪਾਣੀ ਬੇੜੀ ਨੂੰ ਡੋਬ ਦਿੰਦਾ ਹੈ। ਜਦੋਂ ਤੱਕ ਇਹ ਧਨ ਕੇਵਲ ਸਾਡੇ ਜੀਵਨ ਦੀ ਸਹੂਲਤ ਹੈ, ਉਨਾ ਚਿਰ ਸਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਹੈ। ਪਰ ਜਦੋਂ ਸਾਡੀ ਮਤ ਵਿੱਚ ਆ ਕੇ, ਸਾਡੀ ਬੇੜੀ ਵਿੱਚ ਆ ਕੇ ਇਹ ਧਨ ਬਹਿ ਜਾਂਦਾ, ਫਿਰ ਇਹ ਸਾਡੇ ਜੀਵਨ ਨੂੰ ਡੋਬ ਕੇ ਰੱਖ ਦਿੰਦੇ। ਇਹ ਮਾਇਆ ਜਿਹੜੀ ਹੈ। ਇਸ ਕਰਕੇ ਜੀਵਨ ਨੂੰ ਚੰਗਾ ਬਣਾਉਣ ਦਾ ਯਤਨ ਕਰੋ, ਜੀਵਨ ਵਿੱਚ ਸਹੂਲਤਾਂ ਵਾਸਤੇ ਉਦਮ ਕਰੋ। ਗੁਰਬਾਣੀ ਨੇ ਬਿਲਕੁਲ ਨਹੀਂ ਰੋਕਿਆ, ਕਿਉਂਕਿ ਬੇੜੀ ਚਲਾਣੀ ਹੈ ਤਾਂ ਪਾਣੀ ਦੀ ਲੋੜ ਹੈ। ਜ਼ਿੰਦਗੀ ਨੂੰ ਜਿਉਣਾ ਤੇ ਸਹੂਲਤਾਂ ਦੀ ਜ਼ਰੂਰਤ ਹੈ। ਗੁਰਬਾਣੀ ਨੇ ਕਿਤੇ ਇਹ ਨਹੀਂ ਕਿਹਾ ਵੀ ਸਹੂਲਤ ਸਿੱਖ ਕੋਲ ਨਹੀਂ ਹੋਣੀ ਚਾਹੀਦੀ। ਸੋ ਗੁਰਬਾਣੀ ਨੇ ਐਡਾ ਅਮੀਰ ਵਿਰਸਾ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਐਸੀ ਅਮੀਰੀਅਤ ਸਿੱਖ ਨੂੰ ਬਖਸ਼ੀ ਹੈ ਗੁਰਸਿੱਖੋ, ਕਿ ਜਿੱਥੇ ਗੁਰੂ ਮਹਾਰਾਜ ਨੇ ਸਪਸ਼ਟ ਕਿਹਾ, ਕਹਿੰਦੇ ਮੋਤੀ ਤਾ ਮੰਦਰ ਉਸਰੈ ਰਤਨੀ ਤਾ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਇਹ ਕਿੰਨਾ ਮਹਾਨ ਤੇ ਅਮੀਰ ਵਿਰਸਾ ਹੈ, ਕੋਈ ਡਾਊਟ ਨਹੀਂ ਬਿਲਕੁਲ ਵੀ। ਪਰ ਗੁਰੂ ਸਾਹਿਬ ਨੇ ਨਾਲ ਇਹ ਗੱਲ ਆਖ ਦਿੱਤੀ ਕਿ ਮਤ ਦੇਖ ਭੁੱਲਣਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਹੋ। ਮਤਾਂ ਨੂੰ ਦੇਖ ਕੇ ਭੁੱਲ ਜਾਏਗਾ, ਇਹਨਾਂ ਨੂੰ ਦੇਖ ਕੇ ਭੁੱਲ ਰਹੇ ਹਾਂ। ਇਸ ਕਰਕੇ ਸੁਖ ਨਾਹੀਂ ਬਹੁਤਾ ਤਨ ਘਾਟੈ, ਸੁਖ ਨਾਹੀਂ ਪੇਖੇ ਨਾਟੈ। ਨਾਟਕ ਚੇਟਕ ਦੇਖਣੇ, ਫਿਲਮਾਂ ਵੇਖਣੀਆਂ, ਉਹਨਾਂ ਵਿੱਚੋਂ ਵੀ ਸੁੱਖ ਦੀ ਪ੍ਰਾਪਤੀ ਨਹੀਂ। ਬਹੁਤੇ ਲੋਕ ਉਦਮ ਛੱਡ ਕੇ, ਬਹੁਤੇ ਲੋਕ ਸਹੀ ਜੀਵਨ ਜਾਚ ਛੱਡ ਕੇ ਨਾਟਕਾਂ ਚੇਟਕਾਂ ਵਿੱਚ ਆਪਣੇ ਸਮੇਂ ਨੂੰ ਬਰਬਾਦ ਕਰਦੇ ਹਨ। ਚਿੰਤਾ ਹੋ ਗਈ, ਚਲੋ ਕੋਈ ਨਾਟਕ ਚੇਟਕ ਵੇਖ ਲਈਏ। ਚਿੰਤਾ ਨੂੰ ਦੂਰ ਕਰਨ ਦਾ ਤਰੀਕਾ ਕੋਈ ਨਾਟਕ ਚੇਟਕ, ਕੋਈ ਫਿਲਮ ਨਹੀਂ ਹੈ। ਔਰ ਨਾ ਕਿਸੇ ਨੂੰ ਅਜੇ ਤੱਕ ਇਹਨਾਂ ਵਿੱਚੋਂ ਸੁੱਖ ਮਿਲਿਆ ਹੈ। ਸੁੱਖ ਨਾ ਹੀ ਬਹੁ ਦੇਸ਼ ਕਮਾਏ, ਬਹੁਤ ਸਾਰੇ ਦੇਸ਼ਾਂ ਦਾ ਰਾਜਪਾਟ ਹਾਸਲ ਕਰਨ ਦੇ ਨਾਲ ਵੀ ਸੁੱਖ ਨਹੀਂ ਹੈ। ਤੇ ਗੁਰਬਾਣੀ ਨੇ ਇੱਕੋ ਗੱਲ ਦੱਸੀ ਸਾਨੂੰ ਕਿ ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖਾਂ ਦੀ ਪ੍ਰਾਪਤੀ ਹੈ ਪਰਮਾਤਮਾ ਦੇ ਗੁਣ ਗਾਣ ਦੇ ਵਿੱਚ, ਕਿਉਂਕਿ ਉਹ ਸੁੱਖਾਂ ਦਾ ਦਾਤਾ ਹੈ। ਪਰ ਭਗਤ ਕਬੀਰ ਸਾਹਿਬ ਨੇ ਉਹ ਤਾਂ ਸਾਨੂੰ ਵਿਸਰ ਗਿਆ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਤ ਪ੍ਰੀਤ ਨਾ ਉਪਜੈ, ਜਨ ਕੋ ਜਨ ਕਹਾਂ ਕਰੇ ਵਿਚਾਰੇ। ਜਗਦੀਸ਼ ਗੁਸਾਈ ਦਾ ਅਰਥ ਹੈ ਇਹ ਜਗਤ ਦੇ ਮਾਲਕ, ਇਹ ਜਗਤ ਦੇ ਖਸਮ, ਤੇਰੀ ਪੈਦਾ ਕੀਤੀ ਹੋਈ ਇਸ ਮਾਇਆ ਨੇ ਅਸਾਂ ਜੀਵਾਂ ਦੇ ਦਿਲ ਵਿੱਚੋਂ ਤੇਰੇ ਚਰਨਾਂ ਦੀ ਯਾਦ ਭੁਲਾ ਦਿੱਤੀ ਹੈ। ਪੈਦਾ ਤੂੰ ਕੀਤੀ ਹੈ। ਇਹ ਗੱਲ ਫਿਰ ਬੇਨਤੀ ਕਰਾਂ, ਮਾਇਆ ਰੱਬ ਦੀ ਪੈਦਾ ਕੀਤੀ ਹੋਈ, ਇਹ ਪਰਮਾਤਮਾ ਦਾ ਪਰਛਾਵਾਂ ਹੈ, ਇਹ ਰੱਬ ਦੀ ਬਣਾਈ ਹੋਈ ਹੈ। ਪਰ ਜੋ ਭਗਤ ਕਬੀਰ ਸਾਹਿਬ ਜੀ ਰੱਬ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਆਵਾਜ਼ ਮਾਰ ਕੇ ਕਹਿ ਰਹੇ ਨੇ, ਹੇ ਮੇਰੇ ਜਗਤ ਦੇ ਮਾਲਕ, ਹੇ ਜਗਤ ਦੇ ਖਸਮ, ਤੇਰੀ ਇਸ ਪੈਦਾ ਕੀਤੀ ਹੋਈ ਇਸ ਮਾਇਆ ਨੇ ਅਸਾਂ ਜੀਵਾਂ ਦੇ ਦਿਲ ਵਿੱਚੋਂ ਤੇਰੇ ਚਰਨਾਂ ਨੂੰ ਵਿਸਾਰ ਦਿੱਤਾ ਹੈ। ਪਾਓ ਕਿ ਤੇਰੀ ਯਾਦ ਇਹ ਮਾਇਆ ਨਹੀਂ ਆਉਣ ਦਿੰਦੀ। ਔਰ ਇੱਥੇ ਹੀ ਬਸ ਨਹੀਂ ਕਹਿੰਦੇ, ਕਿੰਚਤ ਪ੍ਰੀਤ ਨਾ ਉਪਜੈ, ਜਨ ਕੋ ਜਨ ਕਹਾਂ ਕਰੇ ਵਿਚਾਰੇ। ਕਹਿੰਦੇ ਜੀਵ ਵਿਚਾਰੇ ਕੀ ਕਰਨ, ਇਸ ਮਾਇਆ ਦੇ ਕਾਰਨ ਜੀਵਾਂ ਦੇ ਅੰਦਰ ਤੇਰੇ ਚਰਨਾਂ ਦੀ ਰੱਤਾ ਮਾਤਰ ਵੀ ਪ੍ਰੀਤ ਜਿਹੜੀ ਹੈ ਨਾ, ਉਹ ਪੈਦਾ ਨਹੀਂ ਹੁੰਦੀ। ਤੇਰਾ ਰੱਤਾ ਮਾਤਰ ਵੀ ਪਿਆਰ ਪੈਦਾ ਨਹੀਂ ਹੁੰਦਾ। ਇਸ ਮਾਇਆ ਨੇ ਇਸ ਤਰ੍ਹਾਂ ਸਾਨੂੰ ਤੇਰੇ ਨਾਲੋਂ ਦੂਰ ਕਰ ਦਿੱਤਾ ਹੈ। ਕਿਉਂਕਿ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ
ਤਿਸੀ ਹੀ ਕੋ ਫਿਰ ਖਾਏ। ਇਹ ਨਾਗਨੀ ਹੈ, ਸਤਿਗੁਰ ਕਹਿੰਦੇ ਵੀ ਜਿਹੜਾ ਇਸਦੀ ਸੇਵਾ ਕਰਦਾ ਉਸ ਨੂੰ ਖਾ ਜਾਂਦੀ ਹੈ। ਕਿਉਂਕਿ ਇਹ ਮਾਇਆ ਸਾਡੇ ਅੰਦਰ ਪ੍ਰਭੂ ਪ੍ਰੀਤ ਨਹੀਂ ਜਨਮ ਲੈਣ ਦਿੰਦੀ, ਆਪਣੇ ਨਾਲ ਜੋੜ ਕੇ ਰੱਖਦੀ ਹੈ। ਔਰ ਬਹੁਤ ਸਾਰੇ ਭੁਲੇਖੇ ਸਾਡੇ ਜੀਵਨ 'ਚ ਪੈਦਾ ਹੁੰਦੇ ਨੇ। ਔਰ ਇੱਥੇ ਤੱਕ ਗੁਰਬਾਣੀ ਵਿੱਚ ਲਿਖਿਆ, ਕਹਿੰਦੇ ਮਾਇਆ ਭੁੱਲੇ ਸਿੱਧ ਫਿਰੈ ਹਉਮੈ ਕਰਮ ਕਮਾਏ। ਇਸ ਮਾਇਆ ਦੇ ਵਿੱਚ ਭੁੱਲੇ ਹੋਏ ਤਾਂ ਪੁੱਗੇ ਹੋਏ ਜੋਗੀ ਵੀ ਫਿਰਦੇ ਨੇ ਮਾਇਆ ਨੇ, ਤੇ ਉਹਨਾਂ ਨੂੰ ਵੀ ਕੁਰਾਹੇ ਪਾ ਦਿੱਤਾ। ਜਿਨ੍ਹਾਂ ਨੇ ਸਾਧਨਾ ਕਰ ਕਰਕੇ, ਯੋਗ ਸਾਧਨ ਕਰਕੇ ਸਿੱਧੀਆਂ ਹਾਸਲ ਕਰ ਲਈਆਂ, ਬੜੀਆਂ ਕਰਾਮਾਤਾਂ ਹਾਸਲ ਕਰ ਲਈਆਂ, ਪਰ ਉਹਨਾਂ ਨੂੰ ਵੀ ਇਸ ਮਾਇਆ ਨੇ ਭੁਲਾ ਦਿੱਤਾ। ਉਹਨਾਂ ਨੂੰ ਵੀ ਹਉਮੈ ਦੇ ਵਿੱਚ ਕਰਮ ਕਰਾਉਣ ਦੇ ਵਿੱਚ ਲਾ ਦਿੱਤਾ, ਵੀ ਤੁਸੀਂ ਹਉਮੈ 'ਚ ਹੀ ਕੰਮ ਕਰਨੇ ਸਨ। ਤਾਂ ਹੀ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ, ਕਹਿੰਦੇ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ, ਤਿਨ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਭਏ, ਗੁਰ ਵਚਨੀ ਜਿਨ੍ਹਾਂ ਧਿਆਇਆ, ਮੇਰਾ ਹਰ ਹਰ ਤਿਨ ਕੇ ਹਉਮੈ ਰੋਗ ਗਏ। ਜਿਨ੍ਹਾਂ ਨੇ ਧਿਆ ਲਿਆ ਉਹਨਾਂ ਦੇ ਤਾਂ ਹਉਮੈ ਦੇ ਰੋਗ ਚਲੇ ਗਏ। ਨਹੀਂ ਤਾਂ ਕਹਿਣ ਲੱਗੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਰਾਈ ਕਮਾਈ, ਜਿਨ ਕੀਏ ਤਿਸੈ ਨ ਚੇਤੈ ਵਪੜੇ, ਹਰ ਗੁਰਮੁਖ ਸੋਝੀ ਪਾਈ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਮਹਾਰਾਜ ਕਹਿੰਦੇ ਨੇ ਇਸ ਸੰਸਾਰ ਨੂੰ ਹਉਮੈ ਦਾ ਰੋਗ ਵਿਆਪਿਆ ਹੋਇਆ, ਤੇ ਜਨਮ ਮਰਨ ਦਾ ਵੱਡਾ ਭਾਰੀ ਦੁੱਖ ਜਿਹੜਾ ਨਾਲ ਚਿਮੜਿਆ ਹੋਇਆ। ਮਹਾਰਾਜ ਕੋਈ ਬਚ ਸਕਦਾ? ਤੁਸੀਂ ਕਹਿੰਦੇ ਬ੍ਰਹਮਾ ਵਰਗੇ ਦੇਵਤੇ, ਵਿਸ਼ਨੂੰ ਵਰਗੇ, ਸ਼ਿਵ ਜੀ ਵਰਗੇ, ਉਹਨਾਂ ਨੂੰ ਕੁਰਾਹੇ ਪਾ ਦਿੱਤਾ। ਸਾਰਾ ਜਗਤ ਹਉਮੈ ਦੇ ਰੋਗ ਦਾ ਰੋਗੀ ਹੋਇਆ ਹੋਇਆ ਹੈ। ਇਸ ਮਾਇਆ ਨੇ ਐਸਾ ਪ੍ਰਭਾਵ ਪਾਇਆ ਹੋਇਆ ਹੈ, ਕੋਈ ਬਚ ਸਕਦਾ? ਮਹਾਰਾਜ ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਗੁਰੂ ਮਹਾਰਾਜ ਕਹਿੰਦੇ ਹਾਂ ਬਚ ਸਕਦਾ ਹੈ। ਕਹਿੰਦੇ ਗੁਰ ਪ੍ਰਸਾਦੀ ਕੋ ਵਿਰਲਾ ਛੁਟੈ। ਗੁਰੂ ਦੀ ਕਿਸੇ ਦੇ ਉੱਤੇ ਕਿਰਪਾ ਹੋ ਜਾਏ, ਕੋਈ ਵਿਰਲਾ ਜਿਹੜਾ ਹਉਮੈ ਤੋਂ, ਇਸ ਮਾਇਆ ਦੇ ਪ੍ਰਭਾਵ ਤੋਂ ਛੁੱਟਦਾ ਹੈ। ਤਿਸ ਜਨ ਕੋ ਹੋਮ ਬਲਿਹਾਰੀ, ਉਸ ਜਨ ਤੋਂ ਸਤਿਗੁਰ ਕਹਿੰਦੇ ਮੈਂ ਕੁਰਬਾਨ ਜਾਂਦਾ, ਜਿਹੜਾ ਇਸ ਮਾਇਆ ਦੀ ਹਉਮੈ ਤੋਂ ਬਚ ਜਾਂਦਾ ਹੈ। ਦੇਖੋ ਨਾ, ਮਾਇਆ ਜਨਮ ਲੈਂਦੀ ਸਾਰ ਸਤਿਗੁਰ ਬਾਣੀ 'ਚ ਲਿਖਦੇ ਨੇ ਵੀ ਇਹ ਜਨਮ ਲੈਂਦੀ ਸਾਰ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਮਾਇਆ ਦਾ ਪ੍ਰਭਾਵ ਹੈ ਕਿ ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੇਬ, ਚੌਥੇ ਪਿਆਰ ਉਪੰਨੀ ਖੇੜ, ਪੰਜਵੇਂ ਖਾਨ ਪੀਨ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਚ ਕੀਆ ਕਰ ਬਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨੌਵੇਂ ਧੋਲੇ ਉਬੇ ਸਾ, ਦਸਵੇਂ ਦੱਦਾ ਹੁਆ ਸੁਆ। ਇਹ ਮਾਇਆ ਦਾ ਪ੍ਰਭਾਵ ਦੱਸ ਰਹੇ ਨੇ ਮਹਾਰਾਜ। ਇਹ ਮਾਇਆ ਦਾ ਜਨਮ ਹੁੰਦੇ ਸਾਰ ਤੈਨੂੰ ਚਿਮੜ ਗਈ, ਔਰ ਆਪਣੇ ਪਿਆਰ ਦੇ ਵਿੱਚ ਅੱਗੇ ਅੱਗੇ ਤੋੜਦੀ ਗਈ ਤੈਨੂੰ। ਔਰ ਇਹ ਜੇ ਸਟੇਜਾਂ ਨੂੰ ਧਿਆਨ ਨਾਲ ਸਮਝਾਂਗੇ ਤੇ ਸਮਝ ਆਵੇਗੀ, ਜਿਸ ਸਟੇਜ ਵਿੱਚ ਵੀ ਅਸੀਂ ਹਾਂ, ਔਰ ਇਸ ਸ਼ਬਦ ਨੂੰ ਸਹੀ ਤਰੀਕੇ ਨਾਲ ਜੇ ਸਮਝ ਲਿਆ ਤੇ ਸਾਨੂੰ ਸਮਝ ਆਵੇਗੀ ਵੀ ਜਿਹੜੀ ਗੱਲ ਗੁਰੂ ਸਾਹਿਬ ਜੀ ਆਖ ਰਹੇ ਨੇ, ਸਾਡੇ ਨਾਲ ਇਹੀ ਵਰਤਾਰਾ ਵਰਤ ਰਿਹਾ ਹੈ, ਜਿਹੜੀ ਵੀ ਸਟੇਜ ਦੇ ਵਿੱਚ ਅਸੀਂ ਗੁਜ਼ਰ ਰਹੇ। ਕਿਉਂਕਿ ਜੀਵਨ ਦੀ ਸਾਰੀ ਸਟੇਜਾਂ ਇੱਥੇ ਮਹਾਰਾਜ ਨੇ ਦੱਸ ਦਿੱਤੀਆਂ, ਸਾਰੀ ਉਮਰਾਂ ਦੱਸ ਦਿੱਤੀਆਂ। ਕੋਈ ਬੱਚਾ, ਕੋਈ ਜਵਾਨ, ਕੋਈ ਬ੍ਰਿਧ, ਪੂਰੀ ਜ਼ਿੰਦਗੀ ਦਾ ਰਾਜ ਦੱਸ ਦਿੱਤਾ ਵੀ ਕਿੱਦਾਂ ਤੂੰ ਮਾਇਆ ਵਿੱਚ ਫਸਿਆ ਹੋਇਆ। ਮਾਇਆ ਨੇ ਆਪਣਾ ਪ੍ਰਭਾਵ ਪਾਇਆ ਹੋਇਆ। ਇਸ ਕਰਕੇ ਕਹਿਣ ਲੱਗੇ ਭਗਤ ਜੀ, ਜੀਵ ਵਿਚਾਰੇ ਕੀ ਕਰਨ? ਇਸ ਮਾਇਆ ਦੇ ਕਾਰਨ ਜੀਵਾਂ ਦੇ ਅੰਦਰ ਤੇਰੇ ਚਰਨਾਂ ਦਾ ਦਿੱਤਾ ਪਰ ਵੀ ਪਿਆਰ ਪੈਦਾ ਨਹੀਂ ਹੁੰਦਾ। ਦੇਖੋ ਨਾ, ਆਪਾਂ ਇੱਥੇ ਗੁਰਦੁਆਰੇ ਆਉਂਦੇ ਹਾਂ, ਪਾਠ ਕਰਦੇ ਹਾਂ, ਬਾਣੀ ਸੁਣਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਪੌੜੀਆਂ ਉਤਰਦੇ ਹਾਂ, ਥੋੜ੍ਹਾ ਬਹੁਤ ਪਿਆਰ ਬਣਦਾ, ਫਿਰ ਉਹ ਸਭ ਲੱਥ ਜਾਂਦਾ। ਥੋੜ੍ਹੀ ਬਹੁਤ ਗੱਲ ਬਣਦੀ ਹੈ, ਅੰਦਰਲਾ ਥੋੜ੍ਹਾ ਟਿਕਦਾ ਹੈ, ਸਮਝ ਆਉਂਦੀ ਹੈ। ਪੌੜੀਆਂ ਉਤਰਦੇ ਸਾਰ ਘਰ ਤੱਕ ਜਾਂਦੇ ਕੋਈ ਗੱਲ ਚੇਤੇ ਹੀ ਨਹੀਂ ਰਹਿੰਦੀ। ਇਹ ਮਾਇਆ ਦਾ ਪ੍ਰਭਾਵ ਹੀ ਹੈ। ਫਿਰ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ, ਕਹਿੰਦੇ ਤਰਗ ਤਨ ਤਰਗ ਤਨ ਤਰਗ ਇਹ ਮਾਇਆ। ਭਗਤ ਜੀ ਕਹਿਣ ਲੱਗੇ ਲਾਨਤ ਹੈ ਸਰੀਰ ਤੇ, ਤਨ ਪਦਾਰਥਾਂ ਨੂੰ ਫਟਕਾਰ ਯੋਗ ਨੇ ਸਾਰੇ। ਤਰਗ ਤਨ ਤਰਕਾਰ ਯੋਗ ਹੈ ਤਨ। ਕਿਉਂ? ਕਿਉਂਕਿ
ਇਹ ਜਿਹੜਾ ਤਨ ਮਿਲਿਆ ਸੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਾਸਤੇ ਮਿਲਿਆ ਸੀ। ਪਰ ਇਹ ਕੀ ਕਰਦਾ ਹੈ? ਇਹ ਮਨੁੱਖਾ ਤਨ ਉਸ ਰੱਬ ਨੂੰ ਵਿਸਾਰ ਕੇ ਮਾਇਆ 'ਚ ਲੱਗਿਆ ਹੋਇਆ। ਤਾਂ ਹੀ ਮਹਾਰਾਜ ਨੇ ਇਸ ਨੂੰ ਜਗਾਇਆ ਹੈ ਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੈ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਉਸ ਹਰੀ ਨੂੰ ਤੂੰ ਮਨ ਵਿੱਚ ਨਹੀਂ ਵਸਾਇਆ। ਇਸ ਕਰਕੇ ਤਰਕਾਰ ਦੇ ਜੋਗ ਹੈ ਤੇਰਾ ਤਨ। ਕੀ ਕਰੇਗਾ ਇਸ ਦਾ? ਫਿਰ ਕਹਿਣਗੇ ਤਰਗ ਧਨ। ਇਸ ਤਨ ਦੇ ਨਾਲ ਕਮਾਏ ਹੋਏ ਧਨ ਪਦਾਰਥ ਵੀ ਫਿਟਕਾਰ ਯੋਗ ਨੇ। ਤੂੰ ਉਸ ਤਨ ਨਾਲ ਜਿਤਨੇ ਮਰਜ਼ੀ ਧਨ ਪਦਾਰਥ ਇਕੱਠੇ ਕਰ ਲੈ, ਕਿਉਂਕਿ ਤਨ ਤੋਂ ਬਿਨਾਂ ਤਾਂ ਧਨ ਪਦਾਰਥ ਇਕੱਠੇ ਨਹੀਂ ਹੋਣੇ। ਸਰੀਰ ਚਾਹੀਦਾ। ਸਰੀਰ ਤੋਂ ਬਿਨਾਂ ਤਾਂ ਕਿਰਤ ਨਹੀਂ ਹੋਏਗੀ। ਕਿਰਤ ਕੋਈ ਵੀ ਹੋ ਸਕਦੀ ਹੈ। ਕਹਿੰਦੇ ਸਰੀਰ ਨਾਲ ਜੋ ਧਨ ਪਦਾਰਥ ਇਕੱਠੇ ਕੀਤੇ ਮਹਾਰਾਜ ਕਹਿੰਦੇ ਉਹ ਵੀ ਫਿਟਕਾਰ ਯੋਗ ਨੇ। ਫਿਰ ਕਹਿੰਦੇ ਤਰਗ ਇਹ ਮਾਇਆ। ਕਹਿੰਦੇ ਇਹ ਜਿਹੜੀ ਮਾਇਆ ਹੈ ਨਾ ਇਹ ਵੀ ਤਰਕਾਰ ਦੇ ਯੋਗ ਹੈ। ਆਖਣ ਲੱਗੇ ਤਰਗ ਤਰਗ ਮਤ ਬੁੱਧ ਫਾਨੀ। ਆਖਣ ਲੱਗੇ ਇਹ ਤੇਰੀ ਅਕਲ ਜੋ ਧਨ ਪਦਾਰਥਾਂ ਦੇ ਖਾਤਰ ਦੂਜਿਆਂ ਨੂੰ ਧੋਖਾ ਦਿੰਦੀ ਹੈ, ਕਹਿੰਦੇ ਨੇ ਇਹ ਵੀ ਤੇਰੀ ਫਿਟਕਾਰ ਯੋਗ ਹੈ। ਤੇਰੀ ਜਿਹੜੀ ਮਤ ਹੈ ਨਾ ਇਹ ਵੀ ਫਿਟਕਾਰ ਹੈ ਕਿ ਜਿਹੜੇ ਕਿ ਦੁਨਿਆਵੀ ਸੁੱਖਾਂ ਦੀ ਖਾਤਰ ਹੋਰਨਾਂ ਦੇ ਧਨ ਪਦਾਰਥ ਨੂੰ ਖੋਣ ਵਾਸਤੇ ਲੋਕਾਂ ਨੂੰ ਧੋਖਾ ਦਿੰਦੀ, ਫਿਰ ਇਹ ਤੇਰੀ ਮਤ ਵੀ ਫਿਟਕਾਰ ਯੋਗ ਹੈ। ਕਿਉਂਕਿ ਸਾਡੀ ਮਤ ਕਿਵੇਂ ਚਲਾਕੀਆਂ ਕਰਦੀ ਹੈ, ਕਿਵੇਂ ਬੰਦਾ ਧੋਖਾ ਦੇ ਕੇ ਕਿਸੇ ਨੂੰ ਆਪਣੇ ਮਤ ਦੇ ਆਸਰੇ ਤੇ ਆ ਕੇ ਬੜਾ ਖੁਸ਼ ਹੁੰਦਾ। ਦੇਖ ਅੱਜ ਮੈਂ ਫਲਾਣੇ ਨੂੰ ਧੋਖਾ ਦੇ ਦਿੱਤਾ, ਪਤਾ ਨਹੀਂ ਚੱਲਣ ਦਿੱਤਾ। ਧੋਖਾ ਦੇ ਕੇ ਅੱਜ ਮੈਂ ਉਸ ਨੂੰ ਆ ਗਿਆ, ਪਤਾ ਨਹੀਂ ਚੱਲਣ ਦਿੱਤਾ। ਮੈਂ ਬੜੀ ਚਲਾਕੀ ਨਾਲ ਕੰਮ ਕੀਤਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਇਹ ਮਤ ਵੀ ਫਿਟਕਾਰ ਯੋਗ ਹੈ, ਜਿਹੜੇ ਧਨ ਪਦਾਰਥਾਂ ਦੀ ਖਾਤਰ ਹੋਰਨਾਂ ਨੂੰ ਧੋਖਾ ਦਿੰਦੀ ਹੈ। ਕਹਿੰਦੇ ਇਹ ਅਕਲ ਜਿਹੜੀ ਹੈ, ਤੇਰੀ ਮਤ ਜਿਹੜੀ ਹੈ, ਇਹ ਜਿਹੜੀ ਤੇਰੀ ਬੁੱਧ ਹੈ, ਇਹ ਵੀ ਕਹਿੰਦੇ ਫਿਟਕਾਰ ਯੋਗ ਹੈ। ਫਿਰ ਕਹਿਣ ਲੱਗੇ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਧੇ ਆਪ ਬਚਨੀ। ਆਖਣ ਲੱਗੇ ਹੇ ਜਗਦੀਸ਼, ਕਹਿੰਦੇ ਤੇਰੇ ਹੁਕਮ ਅਨੁਸਾਰ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿੱਚ ਬੰਨ੍ਹ ਰਹੀ ਹੈ, ਤੇਰੇ ਹੁਕਮ ਦੇ ਵਿੱਚ। ਪਰ ਤੂੰ ਆਪ ਹੀ ਇਸ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖ ਵੀ ਤਾਂ ਕਿ ਕਬੀਰ ਸਾਹਿਬ ਕਹਿੰਦੇ ਨੇ ਇਹ ਮੈਨੂੰ ਤੰਗ ਨਾ ਕਰੇ। ਔਰ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਰੱਬ ਨੂੰ ਕਿਹਾ ਸੱਚੇ ਪਾਤਸ਼ਾਹ ਵੀ ਤੂੰ ਆਪ ਕਿਰਪਾ ਕਰ, ਇਸ ਮਾਇਆ ਤੋਂ ਸਾਨੂੰ ਬਚਾ ਲੈ। ਜਦੋਂ ਇਹ ਅਰਦਾਸ ਕਰਦੇ ਨੇ ਮਹਾਰਾਜ ਨਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ। ਸੱਚੇ ਪਾਤਸ਼ਾਹ ਇਹ ਜਿਹੜੀ ਮਾਇਆ ਹੈ ਨਾ ਇਹਨੂੰ ਮੇਰੇ ਜੀਵਨ ਚੋਂ ਪਾਸੇ ਕਰ ਦੇ, ਕਿਉਂਕਿ ਇਹ ਸਾਰੇ ਮਾਇਆ ਦੇ ਰੂਪ ਨੇ। ਪੰਜ ਪੁੱਤਰ ਨੇ ਮਾਇਆ ਦੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਮਾਇਆ ਦੇ ਪੁੱਤਰ ਨੇ। ਆਸਾ ਤ੍ਰਿਸ਼ਨਾ ਤੇ ਨਿੰਦਾ ਇਹ ਮਾਇਆ ਦੀਆਂ ਤਿੰਨ ਪੁੱਤਰੀਆਂ ਨੇ। ਇਹ ਐਡਾ ਵੱਡਾ ਟੱਬਰ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਇਹ ਟੱਬਰ ਇਹ ਵੱਡਾ ਹੈ, ਬਚਨ ਵਾਲਾ ਇਹਨਾਂ ਦਾ ਮੁਕਾਬਲਾ ਕਰਨ ਵਾਲਾ ਇੱਕ ਹੈ। ਅਵਰ ਪੰਚ ਹਮ ਏਕ ਜਨਾ ਕਿਉ ਰਾਖੈ ਕਰ ਬਾਰ ਮਨਾ। ਇਹ ਪੰਜ ਨੇ, ਮੈਂ ਇਕੱਲਾ। ਔਰ ਇਹ ਪੰਜੇ ਕੋਈ ਹਲਕੇ 'ਚ ਨਾ ਲੈਣਾ ਕੋਈ ਵੀ ਇਹਨਾਂ ਨੂੰ ਛੇਤੀ ਕਰਕੇ ਕਾਬੂ ਕੀਤਾ ਜਾ ਸਕਦਾ ਸੀ। ਉਹ ਕਹਿੰਦੇ ਕਾਬੂ 'ਚ ਨਹੀਂ ਆਉਂਦੇ, ਤੂੰ ਇਕੱਲਾ। ਇਹ ਪੰਜ ਨੇ। ਅਵਰ ਪੰਚ ਹਮ ਏਕ ਜਨਾ ਕਿਉ ਰਾਖੈ ਕਰ ਬਾਰ ਮਨਾ। ਮਾਰੈ ਲੁੱਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਕਿਹਦੇ ਅੱਗੇ ਪੁਕਾਰ ਕਰੇਗਾ? ਇਹ ਪੰਜ ਨੇ, ਤੂੰ ਇਕੱਲਾ ਹੈ। ਹਰ ਰੋਜ਼ ਤੈਨੂੰ ਲੁੱਟਦੇ ਵੀ ਨੇ, ਤੈਨੂੰ ਮਾਰਦੇ ਵੀ ਨੇ। ਇਹੀ ਚੱਲ ਰਿਹਾ ਨਾ ਅੰਦਰ ਸਾਡਾ ਜੀਵਨ ਦੇ ਵਿੱਚ ਵੀ ਜਿਹੜੇ ਸ਼ੁਭ ਗੁਣ ਨੇ ਇਹ ਲੁੱਟੀ ਜਾ ਰਹੇ ਨੇ। ਉਹ ਗੁਣ ਪੈਦਾ ਕਰਕੇ ਮਾਰ ਪੈਂਦੀ ਸਾਨੂੰ। ਮਾਇਆ ਦਾ ਪ੍ਰਭਾਵ ਵੇਖੋ ਨਾ, ਸ਼ੁਭ ਗੁਣ ਲੁੱਟੀ ਜਾਂਦੀ ਹੈ ਮਾਇਆ, ਉਹ ਗੁਣ ਪੈਦਾ ਕਰਦੀ ਹੈ, ਫਿਰ ਸਾਨੂੰ ਫਿਟਕਾਰਾਂ ਪੈਂਦੀਆਂ, ਅਸੀਂ ਦੁਖੀ ਹੁੰਦੇ ਹਾਂ। ਇਸ ਕਰਕੇ ਭਗਤ ਜੀ ਕਹਿਣ ਲੱਗੇ, ਕਹਿੰਦੇ ਹੇ ਪ੍ਰਮਾਤਮਾ ਤੂੰ ਆਪ ਹੀ ਕਿਰਪਾ ਕਰ। ਕਹਿੰਦੇ ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਤੂੰ ਇਸ ਮਾਇਆ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖ, ਇਹ ਸਾਨੂੰ ਨਾ ਸਤਾਵੇ। ਅਸੀਂ ਤਾਂ ਤੇਰੀ ਭਗਤੀ ਕਰਦੇ ਹਾਂ, ਤੇਰਾ ਨਾਮ ਜਪਦੇ ਹਾਂ, ਕਿਉਂਕਿ ਅਸੀਂ ਸਾਰੇ ਜੀਵ ਜਿਹੜੇ ਹਾਂ
ਉਹ ਤੇਰੇ ਨਾਲ ਜੁੜੇ ਹਾਂ। ਇਸ ਕਰਕੇ ਮਾਇਆ ਜੀਵਨ ਨੂੰ ਆਪਣੇ ਮੋਹ ਵਿੱਚ ਬੰਨ ਰਹੀ ਹੈ। ਇਸ ਕਰਕੇ ਤੂੰ ਇਸ ਨੂੰ ਕਾਬੂ ਵਿੱਚ ਕਰ ਲੈ, ਕਿਉਂਕਿ ਸਾਡੇ ਕਾਬੂ ਤਾਂ ਆਉਂਦੀ ਨਹੀਂ। ਇਹ ਮਾਇਆ ਦਾ ਐਸਾ ਪ੍ਰਭਾਵ ਹੈ। ਚਾਰ ਬਰਨ ਚੋਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ, ਮਾਰਕਨ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਹੈ ਕੋਈ ਐਸਾ ਬਲੀ ਜਿਹੜਾ ਪੰਜਾਂ ਨੂੰ ਕਾਬੂ ਵਿੱਚ ਕਰ ਲਵੇ, ਇਹਨੂੰ ਮਾਰ ਕੇ? ਇਸਦਾ ਅਰਥ ਹੈ ਕਿ ਸਾਡੀ ਇਕੱਲੇ ਮਨ ਨੂੰ, ਸਾਡੀ ਮਤ ਨੂੰ, ਸਾਡੇ ਅੰਦਰਲੀ ਆਤਮਾ ਨੂੰ ਕਿਤਨਾ ਕੁ ਡਾਢਾ ਹੋਣਾ ਪੈਣਾ ਕਿ ਇਹ ਪੰਜਾਂ ਦਾ ਮੁਕਾਬਲਾ ਕਰ ਸਕੇ। ਇਹ ਤਾਂ ਫਿਰ ਮੈਨੂੰ ਕਈ ਵਾਰ ਇਤਿਹਾਸ ਦੀ ਘਟਨਾ ਚੇਤੇ ਆਉਂਦੀ ਹੈ ਵੀ ਕੋਈ ਹਰੀ ਸਿੰਘ ਨਲਵੇ ਵਰਗਾ ਹੋਵੇ ਜਿਹੜਾ ਮੁਕਾਬਲਾ ਕਰ ਸਕਦਾ। ਉਚਾਰਨ ਕਰੋ ਸਤਨਾਮ। ਜਦੋਂ ਹਰੀ ਸਿੰਘ ਨਲਵਾ 18 ਸਾਲਾਂ ਦਾ ਸੀ ਨਾ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ 2 ਵਾਰੀ ਘੋਲ ਕਰਾਉਂਦਾ ਸੀ, ਵਿਸਾਖੀ ਤੇ ਦੀਵਾਲੀ ਦੇ ਉੱਤੇ। ਹਰੀ ਸਿੰਘ ਨਲਵੇ ਨੂੰ ਵੀ ਪਤਾ ਚੱਲਿਆ ਵੀ ਲਾਹੌਰ ਦੇ ਵਿੱਚ ਘੋਲ ਰੱਖੀ ਹੈ। ਉੱਥੇ ਪਹੁੰਚ ਗਿਆ, ਬੜੀ ਦੁਨੀਆ ਦੇਖਣ ਵਾਸਤੇ ਆਈ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅਨਾਉਂਸਮੈਂਟ ਕੀਤੀ, ਐਲਾਨ ਕੀਤਾ ਵੀ ਮੇਰੇ ਪਹਿਲਵਾਨ ਜਿਹੜੇ ਨੇ ਉਹ ਮੈਦਾਨ ਵਿੱਚ ਘੁੰਮ ਰਹੇ ਨੇ, ਕਿਸੇ ਦੀ ਜ਼ਰੂਰਤ ਹੈ, ਕਿਸੇ ਦੀ ਮਾਂ ਨੇ ਦੁੱਧ ਪਿਲਾਇਆ ਤੇ ਇਹਨਾਂ ਦਾ ਮੁਕਾਬਲਾ ਕਰੇ। ਹੁਣ ਕਿਸੇ ਦੀ ਛੇਤੀ ਕਰਕੇ ਜ਼ਰੂਰਤ ਨਹੀਂ ਸੀ ਪੈਂਦੀ। ਪਹਿਲਵਾਨ ਐਡੇ ਤਕੜੇ ਤਕੜੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਇਨਾਮ ਦਿੰਦਾ ਹੋਵੇ, ਜਿਨ੍ਹਾਂ ਨੂੰ ਖੁਰਾਕਾਂ ਦਿੰਦਾ ਹੋਵੇ, ਜਿਹਨੇ ਵਿਸ਼ੇਸ਼ ਤੌਰ 'ਤੇ ਉਹਨਾਂ ਦੀ ਕੇਅਰ ਕੀਤੀ ਹੋਵੇ, ਰਾਜ ਘਰਾਣੇ ਦੇ ਪਲੇ ਹੋਏ ਪਹਿਲਵਾਨ ਜਿਨ੍ਹਾਂ ਨੂੰ ਖਾਣ ਦੀ ਕੋਈ ਥੁੜ ਨਾ ਹੋਵੇ, ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ। ਜਦੋਂ ਇਹ ਗੱਲ ਹਰੀ ਸਿੰਘ ਨੇ ਸੁਣੀ ਨਾ, ਕਿਉਂਕਿ ਨਲਵਾ ਤਾਂ ਬਾਅਦ ਦੇ ਵਿੱਚ ਨਾਮ ਪਿਆ ਜਦੋਂ ਉਸਨੇ ਸ਼ੇਰ ਨੂੰ ਮਾਰਿਆ ਸੀ, ਤਾਂ ਪਿਆਰ ਵਾਲਿਓ ਉਸ ਵੇਲੇ ਇਹ 18 ਸਾਲਾਂ ਦਾ ਸੀ, ਅਜੇ ਮੁੱਛਾਂ ਫੁੱਟੀਆਂ ਨਹੀਂ ਸਨ। ਤੇ ਹਰੀ ਸਿੰਘ ਨਲਵੇ ਨੇ ਕਿਹਾ, ਕਹਿੰਦੇ ਮਹਾਰਾਜਾ ਸਾਹਿਬ ਮੈਂ ਤੁਹਾਡੇ ਪਹਿਲਵਾਨ ਨਾਲ ਕੁਸ਼ਤੀ ਕਰਾਂਗਾ। ਮਹਾਰਾਜਾ ਰਣਜੀਤ ਕਹਿੰਦਾ ਤੂੰ ਮੇਰੇ ਪਹਿਲਵਾਨ ਨਾਲ ਕੁਸ਼ਤੀ ਕਰ ਲੈ। ਕਿਤਨੀ ਉਮਰ ਹੈ ਕਾਕਾ ਤੇਰੀ? ਕਹਿੰਦਾ 18 ਸਾਲ ਹੈ। ਮੇਰਾ ਪਹਿਲਵਾਨ ਜਿਹੜਾ ਉਹ 36 ਸਾਲਾਂ ਦਾ, ਕਰ ਲੈਂਗਾ ਮੁਕਾਬਲਾ। ਤੇਰੇ ਤੋਂ ਦੁਗਣੀ ਖੁਰਾਕ ਖਾਂਦਾ, ਜਿੰਨੀ ਤੂੰ ਇੱਕ ਟਾਈਮ 'ਚ ਖਾਣਾ, ਪੂਰਾ ਦਿਨ 'ਚ ਖਾਣਾ, ਇੱਕ ਟਾਈਮ ਦੀ ਖੁਰਾਕ ਹੈ ਇਹਦੀ। ਮੁਕਾਬਲਾ ਕਰ ਮਹਾਰਾਜ, ਇੱਕ ਵਾਰੀ ਮੌਕਾ ਦਿਓ। ਚਲ ਠੀਕ ਹੈ ਕਾਕਾ, ਲੈ ਲੈ ਮੌਕਾ। ਹਰੀ ਸਿੰਘ ਨਲਵੇ ਨੇ ਉਸ ਪਹਿਲਵਾਨ ਦੇ ਨਾਲ ਕੁਸ਼ਤੀ ਕੀਤੀ ਔਰ 2 ਮਿੰਟ ਨਹੀਂ ਲਾਏ, ਉਹਨੂੰ ਧਰਤੀ 'ਤੇ ਪਟੱਕੇ ਮਾਰਿਆ। ਮਹਾਰਾਜਾ ਰਣਜੀਤ ਸਿੰਘ ਬੜਾ ਖੁਸ਼ ਹੋਇਆ ਵੀ ਕੋਈ ਹੈ ਐਸਾ ਜਿਹੜੇ ਮੇਰੇ ਪਹਿਲਵਾਨਾਂ ਦੇ ਵੀ ਮੋਢੇ ਥੱਲੇ ਲਾ ਸਕਦਾ। ਉਹ ਪ੍ਰਸੰਨ ਹੋ ਕੇ ਨਾ ਆਪਣੇ ਗਲੇ ਦਾ ਹਾਰ ਕੱਢਣ ਲੱਗਾ। ਕਹਿੰਦਾ ਹਰੀ ਸਿੰਘ ਮੈਨੂੰ ਬੜੀ ਖੁਸ਼ੀ ਹੋਈ ਵੀ ਕੋਈ ਐਸਾ ਹੈ ਜਿਹੜਾ ਮੇਰੇ ਪਹਿਲਵਾਨਾਂ ਦੇ ਮੋਢੇ ਲਾ ਸਕਦਾ ਤੇ ਮੈਂ ਤੈਨੂੰ ਹਾਰ ਦੇਣਾ ਚਾਹੁੰਦਾ। ਉਹ ਕਹਿੰਦਾ ਨਹੀਂ ਨਹੀਂ ਮਹਾਰਾਜਾ ਸਾਹਿਬ, ਮੈਂ ਤੇਰੇ 2 ਪਹਿਲਵਾਨਾਂ ਨਾਲ ਕੁਸ਼ਤੀ ਲੜਨਾ ਚਾਹੁੰਦਾ। 2 ਨਾਲ ਲੜੀ, ਦੋਨਾਂ ਨੂੰ ਚਿੱਤ ਕਰ ਦਿੱਤਾ। ਫਿਰ ਮਹਾਰਾਜਾ ਰਣਜੀਤ ਸਿੰਘ ਖੜਾ ਹੋ ਗਿਆ ਵੀ ਮੈਂ ਹਾਰ ਦੇਣਾ ਚਾਹੁੰਦਾ ਤੈਨੂੰ। ਉਹ ਕਹਿੰਦਾ ਨਹੀਂ ਨਹੀਂ, ਇਹ ਤਾਂ ਮਿੱਟੀ ਦੇ ਮਾਦੋ ਨੇ ਤੇਰੇ ਪਹਿਲਵਾਨ ਦਾ, ਹੱਥ ਲਾਓ ਤੇ ਡਿੱਗ ਜਾਂਦੇ ਨੇ। ਮੈਂ ਤੇਰੇ 3 ਪਹਿਲਵਾਨਾਂ ਨਾਲ ਕੁਸ਼ਤੀ ਕਰਾਂਗਾ। 3 ਦੇ ਨਾਲ ਕਰਦਾ, 3 ਨੂੰ ਚਿੱਤ ਕਰ ਦਿੰਦਾ। ਫਿਰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨਹੀਂ ਨਹੀਂ, ਇੱਕ ਆਖਰੀ ਪੈਤੜਾ ਹੋਰ ਕਰ ਲੈਣ ਦਿਓ, ਮੈਂ ਤੇਰੇ 5 ਪਹਿਲਵਾਨਾਂ ਨਾਲ ਕੁਸ਼ਤੀ ਲੜਾਂਗਾ। 5 ਪਹਿਲਵਾਨ ਮੈਦਾਨੀ ਜੰਗ ਵਿੱਚ ਆਏ। ਹਰੀ ਸਿੰਘ ਨਲਵਾ ਕਿਤਨਾ ਕੁ ਸ਼ੇਰ ਹੋਏਗਾ 18 ਕੁ ਸਾਲਾਂ ਦਾ, ਤੁਸੀਂ ਦੇਖੋ। 2 ਨੂੰ ਬਾਹਾਂ ਦੇ ਵਿੱਚ ਦੱਬ ਲਿਆ, 2 ਨੂੰ ਲੱਤਾਂ ਵਿੱਚ, ਤੇ ਜਿਹੜਾ 5ਵਾਂ ਉਹ ਨੱਸ ਗਿਆ। ਉਹਦੀ ਹਿੰਮਤ ਨਹੀਂ ਪਈ ਹਰੀ ਸਿੰਘ ਨਲਵਾ ਦੇ ਨੇੜੇ ਆ ਜਾਂਦਾ। 5 ਪਹਿਲਵਾਨਾਂ ਨੂੰ ਇਸ ਤਰ੍ਹਾਂ 5 ਵਿਕਾਰਾਂ ਨੂੰ ਕਾਬੂ ਕਰਨ ਵਾਸਤੇ ਜਿਵੇਂ ਹਰੀ ਸਿੰਘ ਨਲਵੇ ਨੇ 5 ਪਹਿਲਵਾਨਾਂ ਨੂੰ ਕਾਬੂ ਕੀਤਾ, ਇਤਨੀ ਜ਼ਰੂਰਤ ਚਾਹੀਦੀ ਹੈ। ਤੇ ਜਦੋਂ ਇਹ ਹਾਰ ਗਲੇ 'ਚ ਪਾਇਆ ਮਹਾਰਾਜਾ ਰਣਜੀਤ ਸਿੰਘ ਨੇ, ਔਰ ਕੰਮ ਕੋਈ ਹੈ ਨਹੀਂ ਸੀ, ਨੌਕਰੀ ਹੈ ਨਹੀਂ ਸੀ। ਪਿਤਾ ਪਹਿਲਾਂ ਜੰਗਾਂ ਦੇ ਅੰਦਰ ਸ਼ਹੀਦ ਹੋ ਚੁੱਕਿਆ ਸੀ ਹਰੀ ਸਿੰਘ ਨਲਵੇ ਦਾ। ਤੇ ਜਦੋਂ ਪਿਤਾ ਜੋ ਚਲਾਣਾ ਕਰ ਗਿਆ ਨਾ, ਤੇ ਮਾਂ ਨੇ ਪਾਲਿਆ ਸੀ। ਹੁਣ ਜਦੋਂ ਇਹ ਸੋਨੇ ਦਾ ਮੋਟਾ ਹਾਰ, ਉਸ ਵੇਲੇ ਕਹਿੰਦੇ 20,000 ਕੀਮਤ ਸੀ ਉਸ ਹਾਰ ਦੀ। ਤੇ ਜਦੋਂ ਘਰ ਆਇਆ, ਮਾਂ ਦੀ ਨਜ਼ਰ ਪਈ, ਬੇਟਾ ਕਿੱਥੋਂ ਚੋਰੀ ਕਰਕੇ ਲੈ ਕੇ ਆਇਆ? ਰਾਜੇ ਨੂੰ ਪਤਾ ਚੱਲ ਗਿਆ, ਸਾਡਾ ਕੀ ਹੋਏਗਾ? ਮਾਂ ਰਾਜੇ ਨੇ ਦਿੱਤਾ ਹੈ। ਤੇਰਾ ਪੁੱਤਰ ਵੇਲਾ ਸੀ, ਉਹਨੂੰ ਨੌਕਰੀ ਵੀ ਮਿਲ ਗਈ, ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਰੱਖ ਲਿਆ ਮੈਨੂੰ।
जिस तरह वो डाडा सी और एडा डाडा सी, वो कहता माँ नूं एक गल कही सी, माँ तेरी दिती हुई गुरबाणी की गुरती और तेरे चुंगाया होया दुध अज ऐसा कम आया कि मैं महाराजा रणजीत सिंह के 5 पहलवानों नूं हरा के आया। मैं एक बेनती करा, गुरबाणी की गुरती साडे कोल होएगी तो इन्हां 5 विकारां नूं हराया जा सकता है। जे गुरबाणी की गुरती साडे कोल नहीं तो इन्हां 5 विकारां नूं हरा नहीं सकते सी। अज साडे परिवारां चों गुरती खत्म हो गई, गुरबाणी वाली वो सिद्धांत जीवन च समाप्त हो गए। इस करके भगत कबीर साहब कहते हैं परमात्मा भी ये 5 ने, ये बड़े बली ने, किरपा कर कहते इन्हां तो बचा के रख। क्योंकि जो बाणी पढ़ांगे प्यारो, बाणी नाल जुड़ांगे तो ये विकारां तो असीं सहज सुभाव बच जावांगे। क्योंकि बाणी सानूं दर्शाएगी कि निमख काम स्वाद कारण कोट दिनस दुख पावै, तो असीं काम वासना तो बचांगे। हे क्रोधं कदांच करुणा ना उपरजते, तो गुस्सा नहीं करांगे। सानूं पता लगे भी करुणा पैदा होंदी नहीं, क्रोध जिथे है उत्थे दया ते पैदा नहीं होएगी। 5 विकारां दा जिक्र बड़ा सोहना कीता है सहस्कृति विच गुरु अर्जन देव जी महाराज सच्चे पातशाह। क्योंकि जिथे लोभ है उत्थे पाप आत्मा कम करदी है, आत्मा पापी बन जाती है। इस करके ये जिहड़े 5 विकार ने, इन्हां तो बचन वास्ते 2 ही ढंग ने। जां तां गुरबाणी पढ़ के इतने डाडे बन जाइए कि इन्हां 5 विकारां दा मुकाबला कर लईए, जां फिर अकाल पुरख दे चरनां च अरदास करिए सच्चे पातशाह। फिर भी अरदास करनी तो फिर भी बनेगी, क्योंकि अरदास तो बिना सिख का कोई कारज वो समझदा कि संपूर्ण नहीं हुंदा। इस करके भगत जी ने इत्थे एक अरदास बेनती की कि इस माया नूं काबू विच करके रख, अपने वस विच रख के कर, हे अकाल पुरख वाहिगुरू। क्योंकि इस माया ने असी जीवां नूं चंगी तरह अपने विच, अपने मोह विच बन के रखिया होया। ये माया दा मोहित है जिहड़ा कि सानूं दुखी कर रहा है। ये माया दी अपनत है भी ये सह मेरी है, पदार्थ मेरे ने, परिवार मेरा, धन मेरा। जिन्होंने मार कहने माया ममता मोहनी, जिन बिन दंतां जग खाया, मनमुख खादे गुरमुख उबरे, जिन सच नाम चित लाया। धंधा करत्या निफल जन्म गवाया, सुख दाता मन्ना वसाया। निफल जन्म गवा लेंदे हाँ, क्योंकि ये मोह ही है जिहड़ा मोह सानू जीवन विच दुड़ाई फिरदा है। फिर अगले वचन कीते भगत कबीर साहब जी ने, कहन लगे क्या खेती क्या लेवा देई, परपंच झूठ गुमाना। आखन लगे की खेती की व्यापार, जगत दे इस पसारे दा मान जिहड़ा वो परपंच दा मान कूड़ा है, झूठ है। पाओ कि कोई भावें व्यापार करे, भावें कोई खेतीबाड़ी करे, उस तो जिहड़े पदार्थ इकट्ठे करता है तो वह अहंकार करता है। कबीर साहब कहते एक कूड़ा मान है, अहंकार झूठा है, व्यर्थ दा है। क्या खेती क्या लेवा देई, परपंच झूठ गुमाना। कह कबीर ते अंत विगोते, आया काल निधाना। भगत कबीर साहब आखदे ने क्योंकि जदों कहंदे अंत नूं मौत आउंदी है ना, तो इस पसारे दे मोह मान विच फसे हुए जीव आखिर होके लैंदे हुए तुर जाते हैं। भी वरत्या तो है नहीं, इकट्ठा तो बड़ा कर लिया, घर बनाया सी रहण नूं ते मिलिया ही नहीं, धन कमाया सी बरतन ते मिलिया ही नहीं। जदों अंत आ जाना ना, आया काल निधाना, निधाना का अर्थ है अंत नूं। जदों अंत नूं ओढ़क, अंत नूं मौत आउंदी है, तो इस मोह के पसारे विच जिहड़े फसे हुए जीव ने वो फिर इत्थों होके भरदे जांदे, दुखी होके जांदे ने। उन्हें एहसास हुंदा है भी ये धन भी ना नाल निभया अते धर्म भी ना कमा सके। फिर वो कहंदे ने भी काचा धन संचय मूर्ख गावार, मनमुख भूले अंध गवार। माया के विख्या के तन सदा दुख होए, ना साथ जाए ना प्राप्त होए। भी ना तो ये साथ ही तुरया, ना ही संतोख प्राप्त होया, किते संतोख भी नहीं मिलया। भी सबर आ जाता भी वहाँ जो इकट्ठा किया बहुत है। इस करके कबीर साहब कहते हैं उस संसार विचों होके भर के जाते हैं। इस माया ने उस परमात्मा के चरणों में विसार के रखा होया है। इस करके भगत जी कहते हैं कल नूं अंत काल आ जाना है, मौत आ जानी है, तो किते ऐसा ना हो कि माया के मोह विच ही फसे रह जाओ तो अंत इथों पछता के संसार तो जाओ। इस करके चंगा होवे कि काल आने तो पहला पहला अकाल नाल सांझ बना लो, ताकि जीवन च कोई पछतावा ना हो।
ਕਿਉਂਕਿ ਜਦੋਂ ਅਕਾਲ ਨਾਲ ਸਾਂਝ ਬਣ ਗਈ ਫਿਰ ਕਾਲ ਆਉਣ ਤੋਂ ਕੋਈ ਪਛਤਾਵਾ ਨਹੀਂ। ਪਰ ਜੇ ਕਾਲ ਆ ਗਿਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਨਹੀਂ ਬਣੀ ਨਾ, ਫਿਰ ਜ਼ਰੂਰ ਪਛਤਾਵਾ ਹੋਏਗਾ। ਕਿਉਂਕਿ ਫਿਰ ਤਾਂ ਇਹੀ ਗੱਲ ਅੰਦਰੋਂ ਬਾਰ-ਬਾਰ ਸਾਨੂੰ ਖਲੇਗੀ ਨਾ, ਜਦੋਂ ਮੌਤ ਸਾਹਮਣੇ ਨਜ਼ਰ ਆ ਰਹੀ ਹੋਏਗੀ। ਵੈਸੇ ਤਾਂ ਬਹੁਤ ਸਾਰੇ ਲੋਕ ਜਦੋਂ ਸਮਾਜ 'ਚ ਵਿਚਰੀਏ ਨਾ, ਜਦੋਂ ਉਹ ਬਿਮਾਰ ਹੋ ਜਾਂਦੇ ਨੇ, ਦੁੱਖ ਹੁੰਦਾ ਹੈ, ਤਾਂ ਉਹ ਫਿਰ ਉਹਨਾਂ ਦੀ ਗੱਲਾਂ ਸੁਣੋ ਜਾਂ ਪਰਿਵਾਰ ਦੇ ਨਾਲ ਜੋ ਉਹਨਾਂ ਨਾਲ ਵਰਤਾਰੇ ਵਰਤਦੇ ਨੇ, ਅਤੇ ਜਦੋਂ ਬੱਚੇ ਆਖਿਆ ਨਹੀਂ ਮੰਨਦੇ ਤਾਂ ਉਹ ਸਹਿਜ ਸੁਭਾਅ ਕਹੀ ਦਿੰਦੇ ਨੇ ਧਨ ਇਕੱਠਾ ਕਰਨ ਦਾ ਕੀ ਲਾਭ ਹੋਇਆ, ਪੂਰੀ ਜ਼ਿੰਦਗੀ ਕਦੀ ਗੁਰਦੁਆਰੇ ਨਹੀਂ ਗਏ, ਕਦੀ ਪਾਠ ਕਰਕੇ ਨਹੀਂ ਵੇਖਿਆ, ਕਦੀ ਨੇਮ ਪ੍ਰੇਮ ਕਰਕੇ ਨਹੀਂ ਵੇਖਿਆ, ਕਦੀ ਸੇਵਾ ਕਰਕੇ ਨਹੀਂ ਵੇਖੀ, ਬੱਚਿਆਂ ਵਾਸਤੇ ਜੋੜਦੇ ਰਹੇ ਅਤੇ ਅੱਜ ਬੱਚੇ ਇੱਕ ਗਲਾਸ ਪਾਣੀ ਦੇਣ ਜੋਗੇ ਨਹੀਂ ਸਾਡੇ। ਬੜੇ ਪਛਤਾਉਂਦੇ ਲੋਕ, ਜਿਉਂਦੇ ਜੀ ਪਛਤਾਵਾ ਹੁੰਦਾ ਵੀ ਕਿਸ ਵਾਸਤੇ ਜੋੜਿਆ ਸੀ। ਜੇ ਅੱਜ ਸਾਡੀ ਸੇਵਾ ਹੀ ਨਹੀਂ ਕਰਨੀ ਸੀ, ਸਾਡੇ ਨਾਲ ਹੀ ਨਹੀਂ ਸੀ ਖੜਨਾ, ਤਾਂ ਕੀ ਫਾਇਦਾ ਹੋਇਆ ਇਹ ਸਾਰਾ ਕੁਝ ਕਰਨ ਦਾ। ਇਸ ਕਰਕੇ ਗੁਰਬਾਣੀ ਅੱਜ ਦੇ ਸ਼ਬਦ ਵਿੱਚ ਇਹ ਗੱਲ ਸਾਨੂੰ ਸਮਝਾਉਣਾ ਚਾਹੁੰਦੀ ਹੈ ਕਿ ਇੱਕ ਦਿਨ ਮੌਤ ਆਉਣੀ ਹੈ। ਜੇ ਅਸੀਂ ਮਾਇਆ ਦੇ ਮੋਹ ਦੇ ਵਿੱਚ ਫਸਾਰੇ ਵਿੱਚ ਫਸੇ ਰਹਾਂਗੇ ਤਾਂ ਫਿਰ ਜੋ ਸਾਨੂੰ ਪਛਤਾਵਾ ਹੋਏਗਾ ਵੀ ਅਸੀਂ ਕੋਈ ਚੰਗਾ ਨਹੀਂ ਕੀਤਾ। ਇਸ ਕਰਕੇ ਮੌਤ ਆਵੇ ਉਸ ਤੋਂ ਪਹਿਲਾਂ ਇਸ ਮਾਇਆ ਦੀ ਆਪਣਤ ਤੋਂ ਆਪਣੇ ਆਪ ਨੂੰ ਬਾਹਰ ਕੱਢੀਏ ਔਰ ਕੁਝ ਸਮਾਂ ਆਪਣੇ ਜੀਵਨ ਵਾਸਤੇ ਲਾਈਏ, ਜੋ ਸਾਡਾ ਨਿਸ਼ਾਨਾ ਹੈ, ਜੋ ਮਨੁੱਖਾ ਜੀਵਨ ਦਾ ਫਰਜ਼ ਹੈ, ਜਿਸ ਕਰਕੇ ਮਨੁੱਖਾ ਜੀਵਨ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਕਬੀਰ ਸਾਹਿਬ ਇਹ ਸਮਝਾਉਣਾ ਚਾਹੁੰਦੇ ਨੇ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਕਿ ਪਹੀ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਜਦੋਂ ਇਹ ਗੱਲ ਸਮਝ ਆ ਗਈ ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਭੋਗ ਆਪੇ ਮਿਲੇ। ਧੰਨਵਾਦ ਸਾਰਿਆਂ ਦਾ, ਜੀ ਆਇਆਂ ਨੂੰ। ਇਤਨੇ ਬਚਨ ਪ੍ਰਵਾਨ ਕਰ ਲੈਣੇ ਜੀ। ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।